जिस मह अमृत ज्ञान है, मानिक भगत वैराग। श्री गुरु ग्रंथ साहिब उधद, बंदों कार्य अनुराग। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु ਸਾਹਿਬ ਜੀ। ਕਰਤ ਸਿਮਰਤਾ ਨਾ ਚੜੇ, ਗੁਰ ਪੂਜਨ ਕੇ ਕਾਜ। ਭੀਮ ਚੰਦ ਘਰ ਭਜੋ, ਫਤਿਹ ਕਰਨ ਕੇ ਰਾਜ। ਕਰਤ ਸਿਮਰਤਾ ਨਾ ਚੜੇ, ਗੁਰ ਪੂਜਨ ਕੇ ਕਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਹਨ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਦਾ ਕਣ ਕਣ ਪਵਿੱਤਰ ਕੀਤਾ ਹੋਇਆ ਹੈ। ਜਿਵੇਂ ਧੁਰ ਕੀ ਬਾਣੀ ਚ ਮਹਾਰਾਜ ਦੇ ਬਚਨ ਆਉਂਦੇ ਨਾ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਔਰ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਕੋਈ ਐਸੀ ਜਗ੍ਹਾ ਨਹੀਂ ਹੈ ਸਾਰੇ ਸੰਸਾਰ 'ਚ ਜਿੱਥੋਂ ਸੰਗਤ ਨਹੀਂ ਆਉਂਦੀ, ਕਿਉਂਕਿ ਮਹਾਰਾਜ ਸਾਹਿਬ ਜੀ ਦੇ ਇਹ ਪਾਵਨ ਇਤਿਹਾਸਕ ਸਥਾਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਗੁਰੂ ਸਾਹਿਬ ਜੀ ਚਰਨੀ ਰੱਖ ਦੇਣ ਤੇ ਉਹ ਪੂਜਾ ਦਾ ਅਸਥਾਨ ਥਾਪਿਆ ਜਾਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਇਸ ਧਰਤੀ ਤੇ ਇਕੱਲੇ ਚਰਨੀ ਨਹੀਂ ਪਾਏ, ਮਹਾਰਾਜ ਸਾਹਿਬ ਜੀ 15 ਸਾਲ ਦੀ ਸਰੀਰ ਕਾਰਬਲਾ ਵਿੱਚ ਇੱਥੇ ਆਉਂਦੇ ਆ ਪੱਕੇ ਤੌਰ ਤੇ ਇੱਥੇ ਰਹਿਣ ਵਾਸਤੇ, ਤੇ 28 ਸਾਲ ਦੀ ਸਰੀਰ ਕਾਰਬਲਾ ਵਿੱਚ ਇੱਥੋਂ ਉਦਾਸੀਆਂ ਆਰੰਭ ਕਰਦੇ। ਤਾਂ ਅੱਜ ਵੀ ਮਹਾਰਾਜ ਸਾਹਿਬ ਜੀ ਸ਼ਬਦ ਰੂਪ ਦੇ ਵਿੱਚ ਇੱਥੇ ਕਿਰਪਾ ਕਰ ਰਹੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਜਿੱਥੇ ਬਾਕੀ ਸੰਗਤਾਂ ਭਾਗਾਂ ਵਾਲੀਆਂ ਜੋ ਇੱਥੇ ਭਾਵਨਾ ਨਾਲ ਦਰਸ਼ਨ ਕਰਨ ਵਾਸਤੇ ਆਉਂਦੀਆਂ, ਉੱਥੇ ਇਸ ਨਗਰੀ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਆਪਣੇ ਸਭ ਤੋਂ ਵੱਡੇ ਭਾਗ ਸਮਝਣੇ ਚਾਹੀਦੇ। ਕਿਉਂਕਿ ਕੋ ਸੰਗਤਾਂ ਜਿਹੜੀਆਂ ਕੋਈ 6 ਮਹੀਨਿਆਂ ਬਾਅਦ, ਕੋਈ ਸਾਲ ਬਾਅਦ ਦਰਸ਼ਨ ਕਰਨ ਵਾਸਤੇ ਆਉਂਦੀਆਂ ਦੇਸ਼ਾਂ ਵਿਦੇਸ਼ਾਂ 'ਚੋਂ, ਵੀ ਉੱਥੇ ਚੱਲ ਗਏ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਾਤਨ ਕਰਕੇ ਬੇਰੀ ਲਾਈ।
ਉੱਥੇ ਦਰਸ਼ਨ ਕਰਕੇ ਆਈ ਜਿੱਥੇ ਬਾਬਾ ਜੀ ਦੀ ਦਾਤਣ ਦੀ ਬੇਰ ਸਾਹਿਬ ਬਣੀ ਹੈ। ਤੇ ਉਸ ਬੇਰ ਸਾਹਿਬ ਦੇ ਨਾਂ ਤੇ ਗੁਰੂ ਕੇ ਦਰਬਾਰ ਦਾ ਨਾਮ ਸੰਗਤਾਂ ਨੇ ਰੱਖਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ। ਵੀ ਉਸ ਧਰਤੀ ਸੁਲਤਾਨਪੁਰ ਲੋਧੀ ਤੇ ਦਰਸ਼ਨ ਕਰਕੇ ਆਈਏ ਜਿੱਥੇ ਬਾਬਾ ਜੀ ਨੇ ਤੇਰਾ ਤੇਰਾ ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ। ਇੱਕ ਤੇ ਉਹ ਸੰਗਤਾਂ ਜਿਹੜੀਆਂ ਭਾਵਨਾ ਨਾਲ ਕੋਈ ਗੁਰਪੁਰਬ ਤੇ ਹਾਜ਼ਰੀ ਭਰਨ ਆਉਂਦੀਆਂ, ਕੋਈ ਮਹੀਨੇ ਬਾਅਦ, ਕੋਈ 2 ਮਹੀਨੇ, ਕੋਈ 6 ਮਹੀਨੇ, ਕੋਈ ਸਾਲ ਬਾਅਦ ਵੀ ਆਉਂਦੇ ਹੋਣੇ ਆ। ਪਰ ਜਿਹੜੇ ਨਗਰ ਵਿੱਚ ਹਨ ਮਾਈ ਭਾਈ ਸੰਗਤਾਂ, ਉਹ ਤਾਂ ਰੋਜ਼ ਭਾਵੇਂ 2 ਵੇਲੇ ਦਰਸ਼ਨ ਕਰਨ, ਭਾਵੇਂ 4 ਵੇਲੇ ਇੱਥੇ ਆ ਕੇ ਨਮਸਕਾਰ ਕਰਨ। ਤਾਂ ਇਹ ਭਾਵਨਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਐਸੀ ਭਾਵਨਾ ਬਣੇ ਵੀ ਅਸੀਂ ਇਸ ਨਗਰੀ ਵਿੱਚ ਰਹਿ ਰਹੇ ਹਾਂ ਜਿੱਥੇ ਗੁਰੂ ਸਾਹਿਬ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇੰਨੀਆਂ ਰਹਿਮਤਾਂ ਕੀਤੀਆਂ, ਇੱਥੋਂ ਦੀ ਗਲੀਆਂ ਪਵਿੱਤਰ ਕਰ ਦਿੱਤੀਆਂ, ਇੱਥੋਂ ਦੀ ਧਰਤੀ ਪਵਿੱਤਰ ਕਰਤੀ ਮਹਾਰਾਜ। ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੋਈ, ਜਿਸ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵੀ ਇੱਥੋਂ ਹੀ ਹੋਈ ਹੈ, ਤੇ ਕੀਰਤਨ ਦੀ ਆਰੰਭਤਾ ਵੀ ਇਸ ਧਰਤੀ ਤੋਂ ਹੋਈ ਹੈ। ਕਿੰਨੇ ਭਾਗਾਂ ਵਾਲੇ ਆਪਾਂ, ਕਿਉਂਕਿ ਇੱਥੋਂ ਹੀ ਮਹਾਰਾਜ ਨੇ ਚੁੱਭੀ ਲਾਈ ਤੇ ਗੁਰਦੁਆਰਾ ਸੰਤ ਘਾਟ ਸਾਹਿਬ ਜਾ ਕੇ ਮੂਲ ਮੰਤਰ ਉਚਾਰਨ ਕੀਤਾ, ਤੇ ਮੂਲ ਮੰਤਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੁੰਦੀ ਹੈ। ਔਰ ਇਸੇ ਧਰਤੀ ਤੋਂ ਹੀ ਭਾਈ ਮਰਦਾਨਾ ਜੀ ਨੂੰ ਰਬਾਬ ਦੇ ਕੇ ਮਹਾਰਾਜ ਨੇ ਕੀਰਤਨ ਦੀ ਆਰੰਭਤਾ ਕੀਤੀ। ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਵਾਲੀ ਵੀ ਤੇ ਕੀਰਤਨ ਦੀ ਆਰੰਭਤਾ ਵਾਲੀ ਵੀ ਧਰਤੀ ਸੁਲਤਾਨਪੁਰ ਲੋਧੀ ਦੀ ਧਰਤੀ ਹੈ। ਤੇ ਸਾਰੇ ਸੰਸਾਰ ਨੂੰ ਮਹਾਰਾਜ ਸੋਧਣ ਵਾਸਤੇ ਵੀ ਇੱਥੋਂ ਹੀ ਚੜਿਆ ਸੋਧਣ ਧਰਤ ਲੁਕਾਈ। ਸਾਰੀ ਧਰਤੀ ਨੂੰ, ਸਾਰੀ ਕਾਇਨਾਤ ਨੂੰ, ਸਾਰੀ ਲੁਕਾਈ ਨੂੰ ਇਸੇ ਧਰਤੀ ਤੋਂ ਹੀ ਬਾਬਾ ਜੀ ਨੇ ਉਦਾਸੀਆਂ ਆਰੰਭ ਕੀਤੀਆਂ। ਤੋ ਸਾਧ ਸੰਗਤ ਜੀ, ਗਰੀਬ ਨਵਾਜ ਸਾਹਿਬ ਜੀ ਦਾ ਘਰ ਸਦਾ ਹੀ ਦਇਆ ਕਰਦਾ ਹੈ। ਸਤਿਗੁਰੂ ਦਿਆਲੂ ਹਨ, ਕਿਰਪਾਲੂ ਹਨ। ਪਰ ਮਹਾਰਾਜ ਕਹਿੰਦੇ ਸਾਡੇ ਹਿਰਦੇ ਵਿੱਚ ਭਾਵਨਾ ਬਣੇ ਗੁਰੂ ਕੀ, ਸ਼ਰਧਾ ਬਣੇ। ਬਿਨਾਂ ਭਾਗਾਂ ਤੋਂ, ਬਿਨਾਂ ਭਾਵਨਾ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਗੋਬਿੰਦ ਭਾਵੋ ਭਗਤ ਦਾ ਭੁੱਖਾ। ਭਾਵਨਾ ਵਾਲਿਆਂ ਨੂੰ ਸਾਰੀਆਂ ਦਾਤਾਂ ਮਿਲਦੀਆਂ। ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਅੱਜ ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਇਸ ਸਥਾਨ ਤੇ ਬਖਸ਼ਿਆ ਨਾ, ਉਸ ਸ੍ਰੀ ਮੁਖਵਾਕ ਵਿੱਚ ਇਹ ਪੰਕਤੀਆਂ ਆਈਆਂ ਕਿ ਸਤਿਗੁਰੂ ਸਦਾ ਹੀ ਦਿਆਲੂ ਆ, ਪਰ ਭਾਗਾਂ ਤੋਂ ਬਿਨਾਂ ਕੀ ਹਾਸਲ ਕਰ ਸਕਦੇ, ਭਾਗਾਂ ਤੋਂ ਬਿਨਾਂ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰ ਸਦਾ ਦਇਆਲ ਹੈ ਭਾਈ। ਸਤਿਗੁਰੂ ਅੱਜ ਤੋਂ 550 ਸਾਲ ਪਹਿਲਾਂ ਵੀ ਦਿਆਲੂ ਸੀ, ਅੱਜ ਵੀ ਦਿਆਲੂ ਹੈ। ਤੇ ਸਤਿਗੁਰੂ ਨੇ ਸਦਾ ਹੀ ਦਇਆ ਕਰਨੀ। ਸਤਿਗੁਰਾਂ ਦੀ ਦਇਆ ਘਟਦੀ ਨਹੀਂ, ਇੱਕ ਰਾਸੀ ਰਹਿੰਦੀ ਹੈ। ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ। ਗੁਰੂ ਕੀ ਨਜ਼ਰ ਦੇ ਵਿੱਚ ਵਿਤਕਰਾ ਨਹੀਂ ਹੈ, ਵੰਡ ਨਹੀਂ ਹੈ। ਗੁਰੂ ਕਿਸੇ ਨੂੰ ਵੱਡਾ ਤੇ ਕਿਸੇ ਨੂੰ ਛੋਟਾ ਨਹੀਂ ਵੇਖਦੇ ਹਨ। ਏਕ ਨਦਰ ਕਰ ਵੇਖੈ ਸਭ ਉਪਰ। ਸਾਰਿਆਂ ਦੇ ਉੱਤੇ ਇੱਕੋ ਜਿਹੀ ਨਜ਼ਰ ਹੈ, ਪਰ ਫਲ ਇੱਕੋ ਜਿਹਾ ਕਿਉਂ ਨਹੀਂ ਮਿਲਦਾ? ਮਹਾਰਾਜ ਕਹਿੰਦੇ ਜਿਹੋ ਜਿਹੀ ਭਾਵਨਾ ਉਹੋ ਜਿਹਾ ਫਲ ਪ੍ਰਾਪਤ ਕਰਦਾ ਜੀ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਜਿਹੋ ਜਿਹੀ ਕਿਸੇ ਨੇ ਭਾਵਨਾ ਕੀਤੀ ਗੁਰੂ ਸਾਹਿਬ ਦੇ ਉੱਤੇ, ਉਹੋ ਜਿਹਾ ਫਲ ਪ੍ਰਾਪਤ ਕਰ ਲਿਆ। ਜਿੰਨੀ ਕਿਸੇ ਦੀ ਸ਼ਰਧਾ ਹੈ ਉਨਾ ਹੀ ਫਲ ਮਿਲਦਾ ਹੈ। ਸਤਿਗੁਰੂ ਤੇ ਦਇਆ ਦੇ ਨਾਲ ਭਰੇ ਹੋਏ ਹਨ। ਸਤਿਗੁਰਾਂ ਦਾ ਹਿਰਦਾ ਤੇ ਦਇਆ ਦੇ ਨਾਲ ਲਬਾਲਬ ਭਰਿਆ ਹੋਇਆ ਹੈ। ਤੋ ਐਸੇ ਜਗਤ ਗੁਰੂ ਜੀ ਦੇ ਪਵਿੱਤਰ ਸਥਾਨ ਤੇ ਆਪਾਂ ਲੜੀਵਾਰ ਗਾਥਾ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹਾਂ। ਜਿਵੇਂ ਸਤਿਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਲੱਖਾਂ ਫੌਜਾਂ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਆ ਕੇ ਟਿੰਡ ਦਾ ਸਰਾਣਾ ਲਾਇਆ। ਸਤਿਗੁਰੂ ਇੱਧਰ ਆ ਗਏ। ਅੱਜ 10 ਪੋਹ ਦਾ ਦਿਨ ਹੈ ਸਾਧ ਸੰਗਤ ਜੀ। ਅੱਜ ਦੀ ਜਿਹੜੀ ਰਾਤ ਲੰਘੀ ਆ ਨਾ, ਪਿਛਲੀ 9 ਪੋਹ ਦੀ ਰਾਤ, ਇਹ ਰਾਤ ਮਾਤਾ ਜੀ ਨੇ, ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਮੋਰਿੰਡੇ ਥਾਣੇ ਦੇ ਵਿੱਚ ਬਤੀਤ ਕੀਤੀ ਸੀ।
9 ਪੋਹ ਦੀ ਰਾਤ ਕੋਤਵਾਲੀ ਦੇ ਵਿੱਚ। ਤੇ ਅੱਜ ਜਿਹੜਾ ਦਿਨ ਲੰਘ ਰਿਹਾ ਨਾ, ਜਿਹੜਾ ਦਿਨ 10 ਪੋਹ ਦਾ ਦਿਨ, ਅੱਗੇ 10 ਪੋਹ ਦੀ ਰਾਤ ਆਉਣੀ, ਅੱਜ ਸ਼ਾਮਾਂ ਪੈਣੀਆਂ। ਇਸ ਦਿਨ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਦੇ ਥਾਣੇਦਾਰਾਂ ਨੇ ਸਿਪਾਹੀਆਂ ਦੇ ਸਮੇਤ ਮਾਤਾ ਜੀ ਤੇ ਛੋਟੇ ਲਾਲਾ ਨੂੰ ਸਰਹੰਦ ਪਹੁੰਚਾਇਆ ਸੀ, ਸਰਹੰਦ ਲੈ ਕੇ ਗਏ ਸੀ। ਅਗਲੀਆਂ 3 ਰਾਤਾਂ ਜਿਹੜੀਆਂ ਆਉਣੀਆਂ, ਅੱਜ ਵਾਲੀ ਆਉਣ ਵਾਲੀ ਰਾਤ ਤੋਂ ਲੈ ਕੇ, ਇਹ 3 ਰਾਤਾਂ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਛੋਟੇ ਲਾਲਾ ਨੇ ਬਤੀਤ ਕੀਤੀਆਂ। 10 ਪੋਹ ਦੀ ਰਾਤ, 11 ਪੋਹ ਦੀ ਰਾਤ ਦੂਜੀ, ਤੇ 12 ਪੋਹ ਦੀ ਰਾਤ ਤੀਜੀ, ਤੇ 13 ਪੋਹ ਵਾਲੇ ਦਿਨ ਸ਼ਹਾਦਤ ਹੋਣੀ ਹੈ, ਸ਼ਹੀਦੀ ਹੋਣੀ ਹੈ। ਤਾਂ ਇਧਰਲੇ ਪਾਸੇ ਸਾਧ ਸੰਗਤ ਜੀ 9 ਪੋਹ ਜਿਹੜਾ ਲੰਘ ਗਿਆ ਹੈ, ਚਮਕੌਰ ਦੇ ਵਿੱਚ ਦੋਵੇਂ ਸਿੰਘ ਸ਼ਹੀਦ ਹੋ ਗਏ ਆ, ਬਾਬਾ ਸੰਤ ਸਿੰਘ ਜੀ, ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ। ਕਲਗੀਧਰ ਪਾਤਸ਼ਾਹ ਮਾਛੀ ਵਾਲੇ ਦੇ ਜੰਗਲ 'ਚ ਪਿੱਛੋਂ ਪਹਿਲਾਂ ਤੇ ਉਹਨਾਂ ਨੇ ਖੁਸ਼ੀ ਮਨਾਈ, ਕਿਉਂਕਿ ਕਲਗੀ ਵੇਖ ਕੇ ਭਾਈ ਸੰਤ ਸਿੰਘ ਜੀ ਦੇ ਸੀਸ ਤੇ ਉਹਨਾਂ ਖਿਆਲ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਲਿਆ, ਅਸੀਂ ਜੰਗ ਜਿੱਤ ਲਿਆ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਤੇ ਦੋਹਾਂ ਸਿੰਘਾਂ ਦੇ ਸੀਸ ਧੜ ਤੋਂ ਵੱਖਰੇ ਕਰਕੇ ਖਵਾਜੇ ਮਰਦੂਦ ਨੇ ਆਖਿਆ ਔਰੰਗਜ਼ੇਬ ਬਾਦਸ਼ਾਹ ਕੋਲੇ ਭੇਜ ਦਿਓ ਵੀ ਆਹ ਵੇਖੋ ਗੁਰੂ ਗੋਬਿੰਦ ਸਿੰਘ ਦਾ ਸੀਸ, ਅਸੀਂ ਜੰਗ ਜਿੱਤ ਲਈ ਹੈ। ਤੇ ਥੋੜਾ ਹੀ ਸਮਾਂ ਹੋਇਆ ਤੇ ਸਿਪਾਹੀਆਂ ਨੇ ਆਖਿਆ ਨਾ ਖੁਸ਼ੀਆਂ ਨਾ ਮਨਾਓ, ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਦਾ ਸੀਸ ਹੈ। ਜਦੋਂ ਰਾਤ 3 ਵਾਰੀ ਤਾੜੀ ਦੀ ਆਵਾਜ਼ ਸੁਣਾਈ ਦਿੱਤੀ ਸੀ ਤੇ ਰਾਜ ਆਪਣੇ ਕੰਨਾਂ ਵਿੱਚ ਬੋਲ ਪਏ ਸੀ, ਹਿੰਦ ਪੀਰ ਮੇਰ ਵੱਧ, ਹਿੰਦ ਪੀਰ ਮੇਰ ਵੱਧ। ਉਹ ਰਾਤ ਨੂੰ ਸਾਨੂੰ 3 ਵਾਰੀ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਜਕਾਰੇ ਬੁਲਾਉਂਦੇ ਹੋਏ ਸਾਡੇ ਵਿੱਚੋਂ ਹੀ ਨਿਕਲ ਗਏ ਆ। ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਦਾ ਸਿਰ ਹੈ। ਫਿਰ ਨਮੋਸ਼ ਹੋ ਗਏ ਤੇ ਫਿਰ ਕਹਿੰਦੇ ਹੁਣ ਲੱਭਿਆ ਜਾਵੇ। 4 ਚੁਫੇਰੇ ਲੱਖਾਂ ਫੌਜ ਜਿਹੜੀ ਸੀ ਉਹ ਭੇਜ ਦਿੱਤੀ ਆਲੇ ਦੁਆਲੇ ਚਮਕੌਰ ਦੇ ਇਲਾਕੇ ਦੇ ਪਿੰਡਾਂ ਵਿੱਚ। ਉੱਥੋਂ ਅੱਗੇ ਲੜੀਵਾਰ ਗਾਥਾ ਚੱਲਦੀ ਹੈ। 10ਵੇਂ ਪਾਤਸ਼ਾਹੀ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਇਹ 9 ਪੋਹ ਦੀ ਗਾਥਾ ਹੈ। ਜਦੋਂ ਦੋਨਾਂ ਸਿੰਘਾਂ ਨੇ ਮੁਕਾਬਲਾ ਕੀਤਾ, ਸ਼ਹੀਦੀ ਪ੍ਰਾਪਤ ਹੋ ਗਈ। ਤੇ ਫਿਰ ਜਦੋਂ ਸੀਸ ਧੜ ਤੋਂ ਵੱਖਰੇ ਹੋ ਗਏ, ਜਦੋਂ ਸਾਰਾ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਨਹੀਂ, ਫਿਰ ਹੁਕਮ ਸੁਣਾ ਦਿੱਤਾ ਖਵਾਜੇ ਮਰਦੂਦ ਨੇ, ਬਾਕੀ ਉਮਰਾਵਾਂ ਨੇ, ਸਾਰੀ ਫੌਜ ਨੂੰ ਕਿ 4 ਚੁਫੇਰੇ ਖਿਲਰ ਜਾਓ ਤੇ ਕਿਸੇ ਨੂੰ ਵੀ ਉਸ ਤਰ੍ਹਾਂ ਨਹੀਂ ਜਾਣ ਦੇਣਾ। ਕੋਈ ਪੀਰ ਹੋਵੇ, ਫਕੀਰ ਹੋਵੇ, ਹਰ ਇੱਕ ਦੀ ਪੂਰੀ ਜਾਣਕਾਰੀ ਲਈ ਜਾਵੇ, ਸਾਰੇ ਪਿੰਡਾਂ ਦੀ ਤਲਾਸ਼ੀ ਲਈ ਜਾਵੇ। ਗੁਰੂ ਗੋਬਿੰਦ ਸਿੰਘ ਕਿੱਥੇ ਚਲੇ ਗਏ? ਕਰਤ ਸ਼ੀਕਰਤਾ ਦਲ ਚੜ੍ਹੇ, ਸਾਰੇ ਹੀ ਦਲ, ਸਾਰੀਆਂ ਫੌਜਾਂ ਕਹਿੰਦੇ ਬੜੀ ਛੇਤੀ ਕਰਕੇ ਚੜ੍ਹ ਪਈਆਂ ਗੁਰੂ ਸਾਹਿਬ ਜੀ ਨੂੰ ਲੱਭਣ ਦੇ ਕਾਰਜ ਵਾਸਤੇ। ਭੀਮ ਚੰਦ ਜਿਹੜਾ ਭੀਮ ਚੰਦ ਸੀ ਇਹ ਬਹੁਤਾ ਜ਼ਖਮੀ ਹੋ ਗਿਆ ਇਸ ਜੰਗ ਦੇ ਵਿੱਚ, ਜ਼ਿਆਦਾ ਹੀ ਫੱਟੜ ਹੋ ਗਿਆ ਸੀ, ਇਸ ਕਰਕੇ ਇਹ ਪਿਛਾਂਹ ਨੂੰ ਮੁੜ ਗਿਆ। ਇਹਦੇ ਨਾਲ ਹੋਰ ਰਾਜੇ ਜਿਹੜੇ ਪਹਾੜੀ ਰਾਜੇ ਸੀ ਨਾ, ਉਹ ਵੀ ਬਾਕੀ ਆਪਣੇ ਇਲਾਕੇ ਨੂੰ, ਆਪਣੇ ਦੇਸ਼ ਨੂੰ ਪਿਛਾਂਹ ਮੁੜ ਗਏ। ਸ਼ੁਮਾਰ ਨਾਮ ਹੈ ਜ਼ਖਮੀ ਦਾ। ਹਜ਼ਾਰਾਂ ਹੀ ਉੱਥੇ ਮਾਰੇ ਗਏ ਤੇ ਹਜ਼ਾਰਾਂ ਹੀ ਜ਼ਖਮੀ ਹੋ ਗਏ। ਜਿੰਨੇ ਪਹਾੜੀ ਰਾਜੇ ਹੈ ਨਾ, ਇਹ ਆਪਣੀ ਪਹਾੜ ਦੀ ਦਿਸ਼ਾ ਨੂੰ, ਆਪਣੇ ਇਲਾਕੇ ਨੂੰ ਮੁੜ ਗਏ, ਵਾਪਸ ਚਲੇ ਗਏ। ਜਿਹੜਾ ਲਾਹੌਰ ਦਾ ਸੂਬਾ ਸੀ ਨਾ, ਜ਼ੇਰ ਦਸਤ ਖਾਂ, ਇਹ ਵੀ ਸਖਤ ਜ਼ਖਮੀ ਹੋ ਗਿਆ ਇਸ ਜੰਗ ਦੇ ਵਿੱਚ, ਚਮਕੌਰ ਦੀ ਲੜਾਈ ਦੇ ਵਿੱਚ। ਕਹਿੰਦੇ ਵੀ ਇਹਨੇ ਵੀ ਜ਼ਖਮੀ ਹੋਏ ਨੇ, ਲਾਹੌਰ ਦਾ ਰਸਤਾ ਲੈ ਲਿਆ, ਪਾ ਵਾਪਸ ਲਾਹੌਰ ਨੂੰ ਚਲੇ ਗਿਆ। ਤੇ ਸਰਹੰਦ ਦਾ ਸੂਬਾ ਜੋ ਵਜੀਦ ਖਾਨ ਹੈ, ਇਹਨੇ ਕਹਿੰਦੇ ਪੂਰਬ ਦੀ ਦਿਸ਼ਾ ਨੂੰ ਜਾਣਾ ਕੀਤਾ ਹੈ। ਜੋ ਦੱਖਣ ਦੀ ਦਿਸ਼ਾ ਹੈ ਨਾ, ਇੱਧਰ ਨੂੰ ਲੱਖਾਂ ਫੌਜ ਚੜ ਗਈ। ਜਿੱਧਰ ਕਿੱਧਰ ਕਹਿੰਦੇ ਲੱਖਾਂ ਫੌਜ ਜਾ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਲੱਭ ਕੇ ਗ੍ਰਿਫਤਾਰ ਕਰਨਾ ਹੈ।
ਚਲਿਓ ਖਵਾਜ ਦੁੱਧ ਸਿਕਰ ਕਰ। ਖਵਾਜਾ ਮਰਦੂਦ ਇਹ ਦਿੱਲੀ ਤੋਂ ਆਇਆ ਹੋਇਆ ਸੀ ਨਾ, ਔਰੰਗਜ਼ੇਬ ਦਾ ਭੇਜਿਆ ਹੋਇਆ। ਇਹ ਵੀ ਬੜੀ ਛੇਤੀ ਕਰਕੇ ਇਹਨੇ ਚੜ੍ਹਾਈ ਕੀਤੀ ਹੈ। ਸਾਹਿਬ ਵਿਅਕਤ ਧਾਰ। ਤਾਂ ਇਸ ਨੇ ਆਪਣੇ ਅੰਦਰ ਇਹ ਚਾਹਨਾ ਧਾਰਨ ਕੀਤੀ ਹੈ ਕਿ ਮੈਂ ਵੀ ਛੇਤੀ ਤੋਂ ਛੇਤੀ ਗੁਰੂ ਗੋਬਿੰਦ ਸਿੰਘ ਨੂੰ ਭਾਲਾਂ, ਲੱਭਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਮਿਲਾਂ। ਭੀਮ ਚੰਦ ਘਰ ਪਹੁੰਚ ਤੁਮਰਿਓ। ਰਾਜਾ ਭੀਮ ਚੰਦ ਆਪਣੇ ਘਰੇ ਤੇ ਚਲੇ ਗਿਆ। ਇਹ ਕਹਿਲੂਰ ਦਾ ਰਾਜਾ ਭੀਮ ਚੰਦ, ਇਹ 22 ਧਾਰ ਦੇ ਸਾਰੇ ਰਾਜਿਆਂ ਤੋਂ ਵੱਡਾ ਰਾਜਾ ਸੀ ਭੀਮ ਚੰਦ। ਤਾਂ ਕਹਿੰਦੇ ਆਪਣੇ ਘਰੇ ਪਹੁੰਚ ਗਿਆ, ਪਰ ਘਰੇ ਪਹੁੰਚ ਕੇ ਫਿਰ ਇਹ ਮਰ ਗਿਆ। ਜ਼ਖਮੀ ਸੀ ਜ਼ਿਆਦਾ, ਘਰੇ ਪਹੁੰਚ ਗਿਆ ਪਰ ਘਰ ਪਹੁੰਚ ਕੇ ਇਹਦੀ ਮੌਤ ਹੋ ਗਈ। ਸੈਲ ਦੇਸ ਮੈਂ ਸੋਗ ਸੁਪਰਿਓ। ਇਹਦੇ ਸਾਰੇ ਦੇਸ਼ ਦੇ ਵਿੱਚ ਸ਼ੋਕ ਪੈ ਗਿਆ, ਕਿਉਂਕਿ ਰਾਜਾ ਮਰ ਗਿਆ ਉਹਨਾਂ ਦਾ। ਇਸ ਕਰਕੇ ਕਹਿਲੂਰ ਦਾ ਰਾਜਾ ਭੀਮ ਚੰਦ ਮਰ ਗਿਆ ਤੇ ਉਸ ਸਾਰੇ ਇਲਾਕੇ ਵਿੱਚ ਸ਼ੋਕ ਪੈ ਗਿਆ। ਹੋਰ ਵੀ ਅਨੇਕਾਂ ਮਰੇ ਸੀ ਸਿਪਾਹੀ। ਅਬ ਸਤਿਗੁਰ ਕੀ ਕਥਾ ਸਮੀਚੈ। ਕਵੀ ਜੀ ਕਹਿੰਦੇ ਇਹ ਤਾਂ ਸੀ ਇਹਨਾਂ ਰਾਜਿਆਂ ਦੀ ਤੇ ਲਸ਼ਕਰ ਦੀ, ਇਹ ਫੌਜ ਦੀ ਕਥਾ। ਹੁਣ ਅੱਗੇ ਸਤਿਗੁਰਾਂ ਦੀ ਕਥਾ ਸੁਣੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਸੁਣੀਏ। ਜਨਮ ਜਨਮ ਕੇ ਪਾਪ ਬੀਜੈ। ਤੇ ਸਤਿਗੁਰਾਂ ਦੀ ਕਥਾ ਜਨਮਾਂ ਜਨਮਾਂ ਦੇ ਪਾਪਾਂ ਨੂੰ ਮੇਟਣ ਵਾਲੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕਥਾ ਸੁਣੋ ਤੇ ਆਪਣੇ ਜਨਮਾਂ ਜਨਮਾਂ ਦੇ ਪਾਪ ਮੇਟ ਲਓ। ਜਿੱਥੇ 2 ਵਾਰੀ ਆ ਜਾਵੇ ਨਾ ਇੱਕ ਅੱਖਰ, ਬਹੁ ਵਚਨ ਬਣ ਜਾਂਦਾ ਕਈਆਂ ਜਨਮਾਂ ਦੇ, ਜਨਮ ਜਨਮ ਕੇ। ਗੁਰਬਾਣੀ ਵਿੱਚ ਵੀ ਐਸੇ ਬਚਨ ਕਈ ਵਾਰੀ ਆਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਉੱਥੇ 2 ਵਾਰੀ ਜਨਮ ਜਨਮ ਆਇਆ। ਤੇ ਗੁਰਮੁਖਾਂ ਦਾ ਐਸਾ ਵਿਚਾਰ ਹੈ ਜਿੱਥੇ 2 ਵਾਰੀ ਪਦ ਆ ਜਾਵੇ ਉਹ ਬਹੁ ਵਚਨ ਬਣ ਜਾਂਦਾ, ਬਹੁਤੇ ਜਨਮਾਂ। ਇੱਥੇ ਆ ਗਿਆ ਜਨਮ ਜਨਮ, ਕਿ ਕਈਆਂ ਜਨਮਾਂ ਦੇ ਜਿਹੜੇ ਪਾਪ ਹੈ ਨਾ ਸਾਡੇ, ਉਹ ਆਪਣੇ ਪਾਪਾਂ ਨੂੰ ਮੇਟ ਲਓ ਕਲਗੀਧਰ ਪਾਤਸ਼ਾਹ ਦੀ ਕਥਾ ਸੁਣ ਕਰਕੇ। ਕਿਉਂਕਿ ਕਥਾ ਸਾਧ ਸੰਗਤ ਜੀ ਭਾਵੇਂ ਗੁਰੂ ਕੀ ਬਾਣੀ ਦੀ ਹੈ ਤੇ ਭਾਵੇਂ ਗੁਰੂ ਕੇ ਇਤਿਹਾਸ ਦੀ ਹੈ। ਸਤਿਗੁਰਾਂ ਦੀ ਕਥਾ ਮਹਾਨ ਹੀ ਮਹਾਨ ਹੈ। ਜੋ ਗੁਰੂ ਸਾਹਿਬ ਜੀ ਨੇ ਸਰੀਰ ਦੇ ਵਿੱਚ ਕੌਤਕ ਕੀਤੇ ਉਹ ਗੁਰੂ ਦਾ ਇਤਿਹਾਸ ਹੈ। ਜਿਹੜਾ ਉਪਦੇਸ਼ ਦਿੱਤਾ ਹੈ ਉਹ ਬਾਣੀ ਹੈ। ਜੋ ਮਹਾਰਾਜ ਸਾਹਿਬ ਜੀ ਨੇ ਸਰੀਰਕ ਕੌਤਕ ਹਨ ਉਹ ਇਤਿਹਾਸ ਵਿੱਚੋਂ ਆਪਾਂ ਪੜ੍ਹ ਸਕਦੇ ਹਾਂ। ਜੋ ਸਤਿਗੁਰੂ ਜੀ ਦਾ ਰੂਹਾਨੀ ਉਪਦੇਸ਼ ਹੈ ਉਹ ਗੁਰਬਾਣੀ ਵਿੱਚੋਂ ਪੜ੍ਹ ਸਕਦੇ ਹਾਂ। ਇਤਿਹਾਸ ਦਾ ਤੇ ਗੁਰਬਾਣੀ ਦਾ ਇੰਨਾ ਗੂੜਾ ਰਿਸ਼ਤਾ ਹੈ ਜਿੰਨਾ ਸਰੀਰ ਦਾ ਤੇ ਆਤਮਾ ਦਾ ਗੂੜਾ ਰਿਸ਼ਤਾ ਹੈ। ਆਤਮਾ ਤੋਂ ਬਿਨਾਂ ਸਰੀਰ ਨਹੀਂ ਚੱਲਦਾ ਤੇ ਆਤਮਾ ਨੂੰ ਵੀ ਸਰੀਰ ਚਾਹੀਦਾ ਹੈ। ਇਸ ਕਰਕੇ ਰੂਹ ਤੇ ਸਰੀਰ ਦਾ ਰਿਸ਼ਤਾ ਜਿੰਨਾ ਗੂੜਾ ਹੈ, ਇੰਨਾ ਗੁਰੂ ਕੀ ਬਾਣੀ ਦਾ ਤੇ ਗੁਰੂ ਕੇ ਇਤਿਹਾਸ ਦਾ ਰਿਸ਼ਤਾ ਹੈ। ਤਾਂ ਕਹਿੰਦੇ ਹਨ ਕਿ ਸਤਿਗੁਰੂ ਜੀ ਦੀ ਕਥਾ ਸੁਣਿਓ। ਸੁਪਤ ਪਰੇ ਤਿਸ ਕੂਪ ਸਥਾਨ। ਜਦੋਂ ਮਹਾਰਾਜ ਗਏ ਸੀ ਨਾ ਗਰੀਬ ਨਵਾਜ ਮਾਛੀਵਾੜੇ ਦੇ ਜੰਗਲ 'ਚ ਪਹੁੰਚ ਗਏ ਰਾਤ ਨੂੰ, 8 ਪੋਹ ਦੀ ਰਾਤ ਨੂੰ ਫੌਜ ਨੂੰ ਚੀਰਦੇ ਹੋਏ। ਉੱਥੇ ਗਰੀਬ ਨਵਾਜ ਸਾਹਿਬ ਜੀ ਉਹ ਖੂਹ ਦੇ ਨੇੜੇ, ਜਿੱਥੋਂ ਖੂਹ ਤੋਂ ਟਿੰਡ ਖੋਲੀ ਸੀ ਮਹਾਰਾਜ ਨੇ, ਤੇ ਉਹਦੇ ਉੱਤੇ ਬਸਤਰ ਲਪੇਟ ਕੇ ਉਹ ਟਿੰਡ ਦਾ ਸਰਾਣਾ ਲਾ ਕੇ ਬਿਰਾਜੇ ਸਨ। ਕਹਿੰਦੇ ਕਿ ਉੱਥੇ ਸਤਿਗੁਰੂ ਜੀ ਬਿਰਾਜੇ ਹੋਏ ਹਨ ਖੂਹ ਦੇ ਸਥਾਨ ਤੇ। ਤੇ ਮਹਾਰਾਜ ਸਾਹਿਬ ਜੀ ਉੱਥੇ ਪਹੁੰਚਦੇ ਹੋਏ ਆ ਦਿਨ ਚੜ੍ਹਨ ਵਾਲਾ ਹੋ ਹੀ ਗਿਆ ਸੀ ਲਗਭਗ ਜਦੋਂ ਸਤਿਗੁਰੂ ਜੀ ਬਿਰਾਜੇ ਸੀ। ਇਸ ਕਰਕੇ ਸੂਰਜ ਚੜ੍ਹਨ ਤੀਕ ਮਹਾਰਾਜ ਉੱਥੇ ਬਿਰਾਜੇ ਰਹੇ। ਉਸ ਥਾਂ ਦੇ ਉੱਤੇ ਸੁੱਤੇ ਹੋਏ ਹਨ। ਹੁਣ ਪਿਛਲੇ ਪਾਸੇ ਜਦੋਂ ਤਿੰਨੇ ਸਿੰਘ ਇਹ ਲੱਖਾਂ ਫੌਜਾਂ ਨੂੰ ਚੀਰਦੇ ਹੋਏ ਇਹ ਵੀ ਨਿਕਲ ਗਏ ਸੀ ਫੌਜਾਂ ਤੋਂ ਅਗਲੇ ਪਾਸੇ। 2 ਕੋਹ ਅੱਗੇ ਚਲੇ ਗਏ ਸੀ ਤੁਰਕਾਂ ਪਹਾੜੀਆਂ ਦੇ ਫੌਜ ਤੋਂ। ਲੱਗੇ ਵਿਚਾਰ ਜਦੋਂ ਸਾਰੇ ਦਲ ਤੋਂ 2 ਕੋਹ ਅੱਗੇ ਚਲੇ ਗਏ ਸੀ ਨਾ, ਫਿਰ ਤਿੰਨੇ ਹੀ ਸਿੰਘ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਆਪਸ ਵਿੱਚ ਵਿਚਾਰ ਕਰਨ ਲੱਗੇ ਇਕੱਠੇ ਹੋ ਕੇ। ਫਿਰ ਇਹਨਾਂ ਨੇ ਵਿਚਾਰ ਕੀਤੀ ਹੈ ਵੀ ਸਤਿਗੁਰੂ ਜੀ ਆਪਣੇ ਤੋਂ ਅਲੱਗਾ ਹੋ ਗਏ ਹਨ, ਵੀ ਆਪਾਂ ਜਿਸ ਵੇਲੇ ਸਤਿਗੁਰੂ ਜੀ ਦੇ ਨਾਲ ਗੜੀ ਚੋਂ ਬਾਹਰ ਆਏ ਹਾਂ, ਫੌਜ ਵਿੱਚੋਂ ਭੱਜ ਕੇ ਨਿਕਲੇ ਹਾਂ ਤੇ ਸਤਿਗੁਰੂ ਜੀ ਨਾਲੋਂ ਆਪਾਂ ਵਿਛੜ ਗਏ, ਸਤਿਗੁਰੂ ਜੀ ਆਪਣੇ ਨਾਲੋਂ ਵਿਛੜ ਗਏ ਹਨ। ਤੇ ਹੁਣ ਫੌਜ ਤੋਂ 2 ਕੋਹਾਂ ਦੀ ਦੂਰੀ ਤੇ ਆਏ ਤਿੰਨੇ ਹੀ ਸਿੰਘ, ਆਪਸ ਵਿੱਚ ਗੱਲਬਾਤ ਕਰਦੇ ਆ, ਵਿਚਾਰ ਕਰਦੇ। ਕਹਿੰਦੇ ਹੁਣ ਸਾਨੂੰ ਕੀ ਕਰਤੱਵ ਕਰਨਾ ਚਾਹੀਦਾ ਹੈ।
ਆਪਾਂ ਹੁਣ ਕੀ ਕਰੀਏ? ਕਹਿੰਦੇ ਵੀ ਹੁਣ ਗੁਰੂ ਕੇ ਪਿਆਰ ਵਿੱਚ ਆਪਾਂ ਕਿਹੜੇ ਪਾਸੇ ਨੂੰ ਜਾਈਏ? ਕਿੱਥੇ ਲੱਭੀਏ ਕਲਗੀਧਰ ਪਾਤਸ਼ਾਹ ਜੀ ਨੂੰ? ਦਇਆ ਸਿੰਘ ਸਿਮਰੀ ਗੁਰਬਾਣੀ। ਪਿਆਰੇ ਦਇਆ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਉਹ ਬਚਨ ਯਾਦ ਕੀਤੇ ਜਿਹੜੇ ਗੜੀ ਛੱਡਣ ਤੋਂ ਪਹਿਲਾਂ ਪਾਤਸ਼ਾਹ ਨੇ ਕਹੇ ਸਨ। ਪਿਆਰੇ ਦਇਆ ਸਿੰਘ ਜੀ ਨਾਲ ਦੇ ਦੋਹਾਂ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੋ ਸਤਿਗੁਰੂ ਜੀ ਦੇ ਬਚਨ ਚੇਤੇ ਕਰੋ ਭਾਈ। ਜਦੋਂ ਮਹਾਰਾਜ ਸਾਹਿਬ ਜੀ ਨੇ ਗੜੀ ਤੋਂ ਨਿਕਲਣ ਤੋਂ ਪਹਿਲਾਂ ਬਚਨ ਕਹੇ ਸਨ, ਸਾਡੇ ਨਾਲ ਜੋ ਬਚਨ ਮਹਾਰਾਜ ਨੇ ਕੀਤੇ, ਮਹਾਰਾਜ ਨੇ ਆਖਿਆ ਸੀ ਉਹ ਸਿੰਘੋ ਸਾਹਮਣੇ ਤਾਰਾ ਵੇਖੋ ਤੇ ਇਸ ਤਾਰੇ ਦੀ ਸੇਧ ਰੱਖ ਕਰਕੇ ਤੁਸੀਂ ਅੱਗੇ ਚੱਲੇ ਆਉਣਾ ਹੈ, ਤੁਰਕਾਂ ਦੀ ਫੌਜ ਤੋਂ ਅੱਗੇ ਨਿਕਲ ਆਉਣਾ ਹੈ। ਕਹਿੰਦੇ ਵੀ ਆਪਾਂ ਉਸ ਤਾਰੇ ਦੀ ਸੇਧ ਲੈ ਕਰਕੇ ਅੱਗੇ ਤੁਰੇ ਜਾਈਏ, ਕਿਸੇ ਥਾਂ ਦੇ ਉੱਤੇ ਗੁਰੂ ਸਾਹਿਬ ਜੀ ਆਪਾਂ ਨੂੰ ਮਿਲ ਪੈਣਗੇ। ਤਾਂ ਉਸ ਵੇਲੇ ਚੱਲ ਪਏ, ਤੁਰ ਪਏ ਸਿੰਘ ਤਿੰਨੇ ਹੀ। ਪਰ ਚੱਲਦਿਆਂ ਹੋਇਆਂ ਭਾਈ ਮਾਨ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ ਵੀ ਇਹ ਤਾਰੇ ਦੀ ਸੇਧ ਨਾਲ ਆਪਾਂ ਜਿੱਧਰ ਨੂੰ ਜਾ ਰਹੇ ਹਾਂ ਨਾ, ਇਹ ਰਸਤਾ ਮਾਛੀਵਾੜੇ ਨੂੰ ਜਾਂਦਾ ਹੈ, ਮਾਛੀਵਾੜੇ ਪਿੰਡ ਨੂੰ। ਮਾਛੀਵਾੜੇ ਦਾ ਜੰਗਲ ਵੀ ਹੈ ਤੇ ਮਾਛੀਵਾੜੇ ਦਾ ਪਿੰਡ ਵੀ ਉੱਥੇ ਵਸਦਾ ਹੈ। ਇਸ ਕਰਕੇ ਇਹ ਰਸਤਾ ਮਾਛੀਵਾੜੇ ਨੂੰ ਜਾ ਰਿਹਾ ਹੈ, ਕਿਉਂਕਿ ਇਹ ਉਸ ਵੇਲੇ ਨਿਕਲਣ ਤੋਂ ਬਾਅਦ, ਇਹ ਰਾਤ ਦੇ ਵੇਲੇ ਦੀ ਗੱਲ ਜਿਸ ਵੇਲੇ ਤਾਰੇ ਦੀ ਸੇਧ ਲੈ ਕਰਕੇ ਆ ਰਹੇ ਹਨ। ਕਹਿੰਦੇ ਵੀ ਆਪਾਂ ਮਾਛੀਵਾੜੇ ਪਿੰਡ ਤੀਕ ਖੋਜਦਿਆਂ ਹੋਏ ਆ, ਤੁਰੇ ਚੱਲਦੇ ਆ, ਚੱਲੇ ਚੱਲਦੇ ਆ ਤੇ ਗੁਰੂ ਸਾਹਿਬ ਜੀ ਕਿਤੇ ਮਿਲ ਪੈਣਗੇ। ਉਸ ਵੇਲੇ ਮਤ ਧੀਰ, ਜਿਨ੍ਹਾਂ ਦੀ ਮਤ ਵਿੱਚ ਧੀਰਜ ਹੈ, ਉਹ ਭਾਈ ਧਰਮ ਸਿੰਘ ਜੀ ਬੋਲੇ। ਕਹਿੰਦੇ ਹੁਣ ਆਪਾਂ ਤੁਰੇ ਤੇ ਜਾਣਾ ਹੀ ਆ ਸੇਧ ਰੱਖ ਕੇ ਤਾਰੇ ਦੀ, ਪਰ ਸੱਜੇ ਖੱਬੇ ਇੱਧਰ ਉੱਧਰ ਵੀ ਵਹਿੰਦੇ ਜਾਓ, ਕਿਤੇ ਗੁਰੂ ਸਾਹਿਬ ਜੀ ਇੱਧਰ ਉੱਧਰ ਨਾ ਹੋਣ। ਡਰ ਤੋਂ ਰਹਿਤ ਨਿਰਭੈ ਵੀਰ, ਨਿਰਭੈ ਸੂਰਮੇ, ਤਿੰਨੇ ਹੀ ਉਸ ਵੇਲੇ ਤੁਰੇ ਜਾ ਰਹੇ ਹਨ ਤੇ ਨਾਲੇ ਇੱਧਰ ਉੱਧਰ ਵੀ ਵੇਖਦੇ ਜਾਂਦੇ ਆ ਤੇ ਰਸਤੇ ਤੇ ਜਾ ਰਹੇ ਆ ਮਾਛੀਵਾੜੇ ਵੱਲ ਨੂੰ। ਰਸਤੇ ਵਿੱਚ ਜਾਂਦਿਆਂ ਹੋਇਆਂ ਸੋਭਾ ਵਾਲੇ ਸਤਿਗੁਰੂ ਦਸ਼ਮੇਸ਼ ਪਿਤਾ ਜੀ ਨੂੰ ਲੱਭਦੇ ਜਾਂਦੇ ਆ। ਇਸ ਤਰੀਕੇ ਨਾਲ ਸਾਰੀ ਰਾਤ ਇਹਨਾਂ ਨੂੰ ਬੀਤ ਗਈ ਇੱਧਰ ਉੱਧਰ ਵੇਖਦਿਆਂ ਹੋਇਆਂ। ਜਦੋਂ ਸੂਰਜ ਚੜ੍ਹਨ ਦਾ ਸਮਾਂ ਹੋ ਗਿਆ, ਇੱਧਰੋਂ ਕਹਿੰਦੇ ਸੂਰਜ ਚੜ੍ਹਨ ਵਾਲਾ ਹੋ ਗਿਆ ਹੈ ਤੇ ਇੱਧਰ ਦੂਸਰੇ ਪਾਸੇ ਚੰਦਰਮਾ ਦਾ ਪ੍ਰਕਾਸ਼ ਜਿਹੜਾ ਉਹ ਮੱਧਮ ਪੈ ਗਿਆ ਤੇ ਪੂਰਬ ਦੀ ਦਿਸ਼ਾ ਵੱਲ ਜਿਹੜੇ ਆ ਨਾ, ਉਹ ਸੂਰਜ ਚੜ੍ਹਨ ਦੇ ਸਮੇਂ ਜਿਹੜੀ ਪਹਿਲਾਂ ਲਾਲੀ ਆਉਂਦੀ ਹੈ ਨਾ, ਕਹਿੰਦੇ ਵੀ ਉਹ ਮੁਖ ਲਾਲ ਦਿਖਾਇਓ, ਜਾਣੀ ਸੂਰਜ ਨੇ ਆਪਣਾ ਲਾਲ ਮੁਖੜਾ ਵਿਖਾਇਆ ਹੈ। ਜਾਣੋ ਕਿ ਇਹ ਸੂਰਜ ਤੁਰਕਾਂ ਨੂੰ ਖਪਾ ਦੇਣਾ ਚਾਹੁੰਦਾ ਹੈ। ਤਾਂ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜਾ ਹਨੇਰਾ ਸੀ ਰਾਤ ਦਾ ਸਾਰਾ ਹੀ ਉਹ ਪਤਲਾ ਹੋ ਗਿਆ। ਵੀ ਸੂਰਜ ਚੜ੍ਹਨ ਦੇ ਸਮੇਂ ਹਨੇਰਾ ਪਤਲਾ ਹੋ ਹੀ ਜਾਂਦਾ, ਹਨੇਰਾ ਖਤਮ ਹੋ ਹੀ ਜਾਂਦਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਥੋੜਾ ਜਿਹਾ ਪਤਲਾ ਜਿਹਾ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਮੂੰਹ ਹਨੇਰਾ, ਆਮ ਆਪਣੀ ਪਿੰਡਾਂ ਦੀ ਬੋਲੀ, ਤੇ ਦਿਸਣ ਲੱਗ ਪੈਂਦੇ ਇੱਕ ਦੂਸਰੇ ਨੂੰ। ਥੋੜਾ ਜਿਹਾ ਹੋਰ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਹੀ ਜਿਹੜਾ ਸਮਾਂ ਹੁੰਦਾ ਹੈ, ਉਦੋਂ ਹੀ ਹਨੇਰਾ ਉੱਡ ਜਾਂਦਾ ਹੈ। ਕਹਿੰਦੇ ਵੀ ਸੂਰਜ ਚੜ੍ਹਨ ਦੇ ਸਮੇਂ ਜਦੋਂ ਹਨੇਰਾ ਪਤਲਾ ਜਿਹਾ ਹੋ ਗਿਆ ਹੈ ਤੇ ਫਿਰ ਪੂਰਬਲੇ ਤਰਫ ਜਿਹੜਾ ਹੈ ਨਾ ਲਾਲ ਮੁਖ ਆਪਣਾ ਵਿਖਾਇਆ ਹੈ ਸੂਰਜ ਨੇ। ਫੇਰ ਪਿੱਛੇ ਨਹੀਂ ਚਲੇ ਗਏ ਆਪਾਂ। ਇਸ ਤਰ੍ਹਾਂ ਸੂਰਜ ਚੜ੍ਹ ਗਿਆ ਹੈ ਤੇ ਕੁਝ ਕੁ ਪ੍ਰਕਾਸ਼ ਆਕਾਸ਼ ਵਿੱਚ ਹੋ ਗਿਆ। ਤਾਂ ਇਸ ਤਰ੍ਹਾਂ ਵਹਿੰਦਿਆਂ ਵਹਿੰਦਿਆਂ ਫਿਰ ਹੁਣ ਸੂਰਜ ਚੜ੍ਹ ਗਿਆ ਹੈ ਸਵੇਰ ਦਾ ਤੇ ਉਧਰ ਨੂੰ ਜਾ ਰਹੇ ਹਨ ਜਿੱਥੇ ਜਗਤ ਦੇ ਮਾਲਕ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁੱਤੇ ਹੋਏ ਆ, ਬਿਰਾਜੇ ਹੋਏ ਆ।
ਮਹਾਰਾਜ ਸਾਹਿਬ ਜੀ ਤੇ ਉਧਰ ਨੂੰ ਹੀ ਸਿੰਘ ਜਾ ਰਹੇ ਆ, ਸੂਰਜ ਚੜ ਚੁੱਕਾ ਹੈ। ਜੇਵਰ ਕਿਰਤਕ ਉਤਾਰਨ ਕਰੇ। ਕਹਿੰਦੇ ਮਹਾਰਾਜ ਸਾਹਿਬ ਜੀ ਦੇ ਪਾਸ ਕਿੰਨੇ ਹੀ ਸਨ ਜੇਵਰ, ਗਹਿਣੇ ਆਦਿਕ, ਭਾਵ ਹੀਰਿਆਂ ਮੋਤੀਆਂ ਦੀਆਂ ਮਾਲਾ ਜਿਹੜੀਆਂ ਮਹਾਰਾਜ ਸਾਹਿਬ ਜੀ ਦੇ ਗਲ ਵਿੱਚ ਪਹਿਨੀਆਂ ਹੋਈਆਂ ਸੀ, ਉਹ ਕਈ ਉਤਾਰ ਕਰਕੇ ਉੱਥੇ ਰੱਖੇ ਹੋਏ ਹਨ। ਤਾਂ ਮਹਾਰਾਜ ਸਾਹਿਬ ਜੀ ਨੇ ਉਹ ਖੂਹ ਤੋਂ ਜਿਹੜੀ ਹਲਟ ਦੀ ਟਿੰਡ ਲਾਈ ਸੀ ਨਾ, ਉਹ ਆਪਣੇ ਸੀਸ ਦੇ ਹੇਠਾਂ ਰੱਖੀ ਹੋਈ ਹੈ, ਭਾਵ ਟਿੰਡ ਦਾ ਸਰਾਣਾ ਲਾਇਆ ਹੋਇਆ ਹੈ। ਤੇ ਗੁਲਸ਼ਤਰਾਨ ਹੈ ਮਹਾਰਾਜ ਸਾਹਿਬ ਜੀ ਦੇ ਅੰਗੂਠੇ ਦੇ ਵਿੱਚ, ਸੱਜੇ ਅੰਗੂਠੇ ਦੇ ਵਿੱਚ। ਉਹ ਨਹੀਂ ਮਹਾਰਾਜ ਨੇ ਉਤਾਰਿਆ ਹੈ। ਹੋਰ ਕੁਝ ਜਿਹੜੀਆਂ ਹੀਰੇ ਮੋਤੀਆਂ ਦੀਆਂ ਮਾਲਾ ਸੀ ਉਹ ਉਤਾਰ ਕੇ ਰੱਖੀਆਂ, ਪਰ ਇਹ ਸੱਜੇ ਹੱਥ ਦੇ ਉੱਤੇ ਜਿਹੜਾ ਸੀ ਨਾ ਗੁਲਸ਼ਤਰਾਨ, ਇਹ ਸਤਿਗੁਰੂ ਜੀ ਨੇ ਨਹੀਂ ਉਤਾਰਿਆ, ਇਹ ਉਸੇ ਤਰ੍ਹਾਂ ਹੀ ਜਿਉਂ ਦਾ ਤਿਉਂ ਪਹਿਨਿਆ ਹੋਇਆ ਹੈ। ਤਾਂ ਇਸ ਗੁਲਸ਼ਤਰਾਨ ਦੀ ਕੀਮਤ ਕਿੰਨੀ ਸੀ ਸਾਧ ਸੰਗਤ ਜੀ? 11,000 ਰੁਪਈਆ ਉਸ ਵੇਲੇ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜਿਹਦੇ ਨਾਲ ਤੀਰ ਖਿੱਚ ਕੇ ਚਲਾਉਂਦੇ ਸੀ ਨਾ, ਇੱਕ ਸੱਜੇ ਹੱਥ ਦੀ ਇੱਕ ਉਂਗਲੀ ਦੇ ਉੱਤੇ ਤੇ ਇੱਕ ਅੰਗੂਠੇ ਦੇ ਉੱਤੇ ਚੜਾਇਆ ਜਾਂਦਾ ਸੀਗਾ, ਜਿਹਨੂੰ ਗੁਲਸ਼ਤਰਾਨ ਆਖਿਆ ਭਾਈ ਸਾਹਿਬ ਜੀ ਨੇ। ਉਹ ਅੱਗੇ ਆਪੇ ਹੀ ਦੱਸਣਗੇ ਇਹਦੀ ਵਿਆਖਿਆ ਕਰਕੇ ਵੀ ਗੁਲਸ਼ਤਰਾਨ ਕਿਹਨੂੰ ਕਹਿੰਦੇ ਆ। ਤਾਂ ਉਹ ਇਹ ਦੋਵਾਂ, ਇੱਕ ਉਂਗਲੀ ਤੇ ਇੱਕ ਅੰਗੂਠੇ ਤੇ ਚੜਾਇਆ ਜਾਂਦਾ ਸੀ, ਤੇ ਉਹਦੇ ਉੱਤੇ ਨਾਲ ਵਿੱਚ ਉਹਦੇ ਹੀਰਾ ਚੜਿਆ ਹੋਇਆ ਸੀ, ਤੇ ਉਹਦੀ ਕੀਮਤ 11,000 ਰੁਪਈਏ। ਉਸ ਮੌਕੇ ਤੇ 11,000, ਅੱਜ ਦੇ 11,000 ਨਹੀਂ, ਅੱਜ ਦੇ ਤੇ ਉਹ 11 ਕਰੋੜ ਜਿੰਨੀ ਹੋਵੇਗੀ। ਜਾਣੋ ਕਿ 11 ਇੰਨੀ ਜਿਹੜੀ ਕੀਮਤੀ ਵਸਤੂ ਹੈ, ਉਹ ਮਹਾਰਾਜ ਸਾਹਿਬ ਜੀ ਦੇ ਅੰਗੂਠੇ ਉੱਤੇ ਹੀ ਹੈ, ਤੀਰ ਛੱਡਣ ਵਾਸਤੇ ਹੀ। ਕਲਗੀਧਰ ਪਾਤਸ਼ਾਹ ਦੇ ਇੱਕ ਇੱਕ ਤੀਰ ਨੂੰ ਤੇ 1.25 ਤੋਲਾ ਸੋਨਾ ਲਵਾ ਦਿੰਦੇ ਸੀ ਮਹਾਰਾਜ। ਗਰੀਬ ਨਵਾਜ ਸਾਹਿਬ ਜੀ ਇੱਕ ਇੱਕ ਤੀਰ ਨੂੰ 1.25 ਤੋਲਾ ਸੋਨਾ ਲਵਾਉਂਦੇ। ਨਿਰਭਉ ਨਿਰਵੈਰ ਸਤਿਗੁਰੂ ਕਲਗੀਧਰ ਪਾਤਸ਼ਾਹ, ਕਿਸੇ ਨਾਲ ਵੈਰ ਹੈ ਹੀ ਨਹੀਂ। ਤਾਂ ਉਸ ਮੌਕੇ ਤੇ ਜਦੋਂ 15 ਰੁਪਏ ਇੱਕ ਤੋਲਾ ਸੋਨੇ ਦੀ ਕੀਮਤ ਹੁੰਦੀ ਸੀ, ਉਦੋਂ ਉਸ ਗੁਲਸ਼ਤਰਾਨ ਦੀ 11,000 ਰੁਪਇਆ ਕੀਮਤ ਆ, ਕਿਉਂਕਿ ਉਹਦੇ ਵਿੱਚ ਐਸਾ ਕੀਮਤੀ ਹੀਰਾ ਜੜਿਆ ਹੋਇਆ। ਤਾਂ ਕਵੀ ਜੀ ਕਹਿੰਦੇ ਵੀ ਉਹ ਗੁਲਸ਼ਤਰਾਨ ਮਹਾਰਾਜ ਸਾਹਿਬ ਜੀ ਨੇ ਨਹੀਂ ਲਾਇਆ, ਇਹ ਉਸੇ ਤਰ੍ਹਾਂ ਹੀ ਹੈ ਤਿਆਰ ਬਰ ਤਿਆਰ ਸਤਿਗੁਰੂ ਜੀ ਟਿੰਡ ਦਾ ਸਰਾਣਾ ਲਾ ਕੇ ਵਿਰਾਜੇ ਹੋਏ ਹਨ। ਕਿਉਂਕਿ ਕਲਗੀਧਰ ਪਾਤਸ਼ਾਹ ਵੱਡਾ ਧਨੁੱਖ ਆਪਣੇ ਹੱਥ ਵਿੱਚ ਰੱਖਿਆ ਕਰਦੇ ਸੀ, ਕਰੜਾ ਧਨੁੱਖ, ਜਿਹਨੂੰ ਆਮ ਨਹੀਂ ਸੀ ਕੋਈ ਖਿੱਚ ਸਕਦਾ। ਉਹਦਾ ਖਿੱਚ ਕੇ ਤੰਦੀ ਨਹੀਂ ਸੀ ਕੋਈ ਚੜਾ ਸਕਦਾ। ਇਹ ਤੇ ਜਿਹੜੇ ਤੀਰ ਕਮਾਨ ਚਲਾਉਂਦੇ ਆ ਨਾ, ਅੱਜ ਕੱਲ ਦੇ ਵਿੱਚ ਤਾਂ ਘੱਟ ਹੈ, ਪਰ ਵਿਰਲੇ ਵਿਰਲੇ ਸਿੰਘ ਚਲਾਉਂਦੇ ਆ। ਹੁਣ ਤਾਂ ਹੋਰ ਕਈ ਤਰ੍ਹਾਂ ਦੇ ਹਥਿਆਰ ਚੱਲ ਪਏ ਨਾ। ਜਿਹੜੇ ਸਿੰਘ ਚਲਾਉਂਦੇ ਆ ਉਹਨਾਂ ਨੂੰ ਪਤਾ ਹੈ ਵੀ ਤੰਦੀ ਚੜਾਉਣੀ ਕਿੰਨੀ ਔਖੀ ਹੈ। ਤਾਂ ਉਹ ਜਿਸ ਵੇਲੇ ਖਿੱਚ ਕਰਕੇ ਤੰਦੀ ਚੜਾਈ ਜਾਂਦੀ, ਉਹਦੀ ਤਾਂ ਤੰਦੀ ਨਹੀਂ ਸੀ ਕੋਈ ਆਮ ਚੜਾ ਸਕਦਾ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਵੀ ਉਹ ਖਿੱਚ ਕੇ ਕੋਈ ਤੀਰ ਛੱਡਣਾ ਸੌਖੀ ਗੱਲ ਥੋੜਾ, ਉਹ ਖਿੱਚਿਆ ਨਹੀਂ ਜਾਂਦਾ ਆਮ ਇਨਸਾਨ ਤੋਂ। ਤਾਂ ਉਹ ਤਾਂ ਬਲੀ ਬਹਾਦਰ ਮਰਦੇ ਅਗੰਮੜੇ ਸਤਿਗੁਰੂ ਹੀ ਖਿੱਚਿਆ ਕਰਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ। ਇਸ ਕਰਕੇ ਇੱਥੇ ਕਵੀ ਜੀ ਨੇ ਇੰਨਾ ਦਿੱਤਾ, ਕਹਿੰਦੇ ਰੱਖ ਹੈ ਵੱਡ ਧਨ ਧਰ ਕਰ ਮਾਹੂ, ਵੱਡਾ ਹੀ ਧਨੁੱਖ ਕਠੋਰ ਕਰੜਾ ਧਨੁੱਖ ਆਪਣੇ ਹੱਥ ਵਿੱਚ ਮਹਾਰਾਜ ਰੱਖਿਆ ਕਰਦੇ। ਉਸ ਵੇਲੇ ਵੀ ਮਹਾਰਾਜ ਦੇ ਪਾਸ ਹੀ ਸੀ। ਤੇ ਜਿਸ ਵੇਲੇ ਉਹਦੇ ਵਿੱਚ ਤੀਰ ਰੱਖ ਕਰਕੇ ਤੇ ਫਿਰ ਉਹ ਖਿੱਚਣ ਦਾ ਸਮਾਂ ਹੁੰਦਾ ਸੀ ਨਾ, ਜਦੋਂ ਤੀਰ ਵਿੱਚ ਰੱਖ ਕੇ ਤੇ ਤੀਰ ਖਿੱਚ ਕੇ ਚਲਾਉਣਾ ਹੈ, ਤਾਂ ਉਸ ਵੇਲੇ ਕਹਿੰਦੇ ਵੀ ਉਹ ਅੰਗੂਠੇ ਤੇ ਉਂਗਲੀ ਦਾ ਰੱਖਕ ਬਣਦਾ ਸੀ, ਰੱਖਿਆ ਕਰਨ ਵਾਲਾ ਬਣਦਾ ਸੀ ਗੁਲਸ਼ਤਰਾਨ। ਭਾਵ ਉਹ ਹੱਥ ਦੀ ਰਾਖੀ ਕਰਦਾ ਸੀ, ਅੰਗੂਠੇ ਦੀ ਤੇ ਉਂਗਲੀ ਦੀ ਰਾਖੀ ਕਰਦਾ ਸੀ। ਕਿਉਂਕਿ ਮਹਾਰਾਜ ਤੀਰਾਂ ਦਾ ਮੀਂਹ ਵਰਾ ਦਿੰਦੇ ਸੀ ਨਾ, ਤੀਰਾਂ ਦਾ ਛੇਤੀ ਛੇਤੀ ਦੇ ਨਾਲ ਤੀਰ ਛੱਡਦੇ ਸੀ, ਛੇਤੀ ਨਾਲ। ਤਾਂ ਜਦੋਂ ਬੜੀ ਤੇਜ਼ੀ ਦੇ ਨਾਲ, ਬਹੁਤ ਤੂਰਨਤਾ ਦੇ ਨਾਲ, ਬੜੀ ਸ਼ੀਘਰਤਾ ਦੇ ਨਾਲ ਤੀਰ ਚਲਾਏ ਜਾਂਦੇ।
ਇੱਧਰ ਚਲੇ ਜਾਤੇ ਗੁਰ ਰਹਿ ਕਿਲਨੇ ਉਤਾਰਨ। ਇਸ ਕਰਕੇ ਗੁਰੂ ਸਾਹਿਬ ਜੀ ਨੇ ਉਹ ਗੁਲਿਸਤਾਨ ਨਹੀਂ ਸੀ ਉਤਾਰਿਆ। ਜੋਤ ਗੁਰ ਪ੍ਰਾਨ ਦੁਜੂਹਾ। ਜੋ ਮਹਾਰਾਜ ਸਾਹਿਬ ਜੀ ਦਾ ਉਹ ਸੱਜਾ ਹੱਥ ਗੁਲਿਸਤਾਨ ਦੇ ਸਹਿਤ ਸੀ। ਗੁਲਿਸਤਾਨ ਦਾ ਸਿੱਧਾ ਆਪਾਂ ਅਰਥ ਕਰ ਲਈਏ ਵੀ ਜਿਵੇਂ ਦਸਤਾਨਾ ਹੁੰਦਾ, ਉਹ ਅੰਗੂਠੇ ਦਾ ਤੇ ਉਂਗਲੀ ਦਾ ਦਸਤਾਨਾ ਸੀ ਜਾਣੋ। ਜਿਵੇਂ ਆਪਾਂ ਠੰਡ ਤੋਂ ਬਚਣ ਵਾਸਤੇ ਦਸਤਾਨੇ ਪਾਉਂਦੇ ਆ ਨਾ, ਇਸ ਤਰੀਕੇ ਨਾਲ ਉਹ ਸੱਜੇ ਹੱਥ ਦੇ ਅੰਗੂਠੇ ਦਾ ਤੇ ਨਾਲ ਦੀ ਉਂਗਲੀ ਦਾ ਦਸਤਾਨਾ ਸੀ, ਇੱਕ ਤਰ੍ਹਾਂ ਦਾ ਰੱਖਿਆ ਕਰਨ ਵਾਲਾ। ਸਬਤ ਪਰੇ ਸਿਰ ਪਰ ਧਰਨ। ਤਾਂ ਉਹ ਗੁਲਿਸਤਾਨ ਜਿਹੜਾ ਹੈ ਉਹ ਉਸੇ ਤਰ੍ਹਾਂ ਹੱਥ ਤੇ ਚੜਿਆ ਹੋਇਆ, ਤੇ ਸਤਿਗੁਰੂ ਜੀ ਸੁੱਤੇ ਹੋਏ ਆ, ਬਰਾਜੇ ਹੋਏ ਆ, ਗਰੀਬ ਨਵਾਜ ਸਾਹਿਬ ਜੀ। ਤੇ ਮਹਾਰਾਜ ਨੇ ਸੱਜਾ ਹੱਥ ਜਿਹੜਾ ਉਹ ਆਪਣੇ ਸਿਰ ਤੇ ਰੱਖਿਆ ਹੋਇਆ ਉਸ ਮੌਕੇ ਤੇ। ਤੇ ਉਹ ਸਤਿਗੁਰੂ ਜੀ ਦੇ ਸੱਜੇ ਅੰਗੂਠੇ ਤੇ ਉਂਗਲੀ ਵਿੱਚ ਪਾਇਆ ਹੋਇਆ ਜਿਹੜਾ ਗੁਲਿਸਤਾਨ ਹੈ ਨਾ, ਉਹਦੇ ਵਿੱਚ ਹੀਰਾ ਜੜਿਆ ਹੋਇਆ ਸੀ ਕੀਮਤੀ। ਤੇ ਉਸ ਹੀਰੇ ਦੇ ਉੱਤੇ ਸੂਰਜ ਦੀਆਂ ਪਈਆਂ ਕਿਰਨਾਂ, ਉਸ ਹੀਰੇ ਦੇ ਉੱਤੇ ਜਦੋਂ ਸਵੇਰ ਦਾ ਸੂਰਜ ਚੜ੍ਹਿਆ ਤੇ ਉਹਦੀਆਂ ਲਾਲ ਰੰਗ ਦੀਆਂ ਕਿਰਨਾਂ ਉਹ ਗੁਲਿਸਤਾਨ ਦੇ ਹੀਰੇ ਉੱਤੇ ਪਈਆਂ। ਚਮਕਤ ਭਇਓ ਸਹਿਤ ਪਉ ਲਾਲੀ। ਤੇ ਬਹੁਤ ਲਾਲੀ ਦੇ ਸਹਿਤ ਤੋਂ ਚਮਕਿਆ, ਚਮਕਾ ਮਾਰ ਲਿਆ, ਲਾਲ ਰੰਗ ਦੀ ਉਹਦੇ ਵਿੱਚੋਂ ਲਾਲੀ ਪ੍ਰਗਟ ਹੋ ਰਹੀ, ਚਮਕ ਪ੍ਰਗਟ ਹੋ ਰਹੀ ਹੈ। ਦੇਤ ਖਾਲੀ ਦੂਰ ਵਿਸਾਲੀ। ਜਿਹੜੀ ਲਾਲ ਰੰਗ ਦੀ ਚਮਕ ਸੂਰਜ ਦੀਆਂ ਕਿਰਨਾਂ ਪੈ ਕੇ ਦੂਰ ਦੂਰ ਤੀ ਦਿਖਾਈ ਦਿੰਦੀ ਸੀ। ਧਰਮ ਸਿੰਘ ਮਨ ਜੰਗ ਕਲੁਕੈ। ਹੁਣ ਤਿੰਨੇ ਸਿੰਘ ਚੱਲਦੇ ਚੱਲਦੇ ਆ ਰਹੇ ਨਾ ਉਧਰ ਨੂੰ, ਮਾਛੀਵਾੜੇ ਦੇ ਜੰਗਲ ਨੂੰ। ਤਾਂ ਸਭ ਤੋਂ ਪਹਿਲਾਂ ਪਿਆਰੇ ਧਰਮ ਸਿੰਘ ਜੀ ਨੇ ਚੱਲਦਿਆਂ ਹੋਇਆਂ ਉਹ ਵੇਖ ਲਿਆ ਸਾਹਮਣੇ। ਦਇਆ ਸਿੰਘ ਤੂੰ ਕਹਿ ਰੁਕ। ਤੇ ਪਿਆਰੇ ਦਇਆ ਸਿੰਘ ਜੀ ਨੂੰ ਕਹਿ ਦਿੱਤਾ ਤੇ ਕਹਿ ਕੇ ਰੋਕਿਆ ਹੈ। ਇਹ ਸਤਿਗੁਰ ਕੋ ਦੁਖ ਕੋਈ। ਕਹਿਣ ਲੱਗਿਆ ਉਹ ਸਾਹਮਣੇ ਵੇਖੋ ਪਿਆਰੇ ਦਇਆ ਸਿੰਘ ਜੀ, ਉਹ ਲਾਲ ਰੰਗ ਦੀ ਜਿਹੜੀ ਵਸਤੂ ਚਮਕ ਰਹੀ ਹੈ ਨਾ, ਇਹ ਕੋਈ ਕਲਗੀਧਰ ਪਾਤਸ਼ਾਹ ਜੀ ਦਾ ਗਹਿਣਾ ਚਮਕ ਰਿਹਾ, ਇਹ ਸਤਿਗੁਰੂ ਜੀ ਦਾ ਕੋਈ ਭੂਖਣ ਚਮਕ ਰਿਹਾ ਹੈ। ਵੇਖੋ ਸੂਰਜ ਦੀਆਂ ਕਿਰਨਾਂ ਲੱਗ ਕੇ ਤੇ ਉਹ ਲਾਲੀ ਦੀ ਜਿਹੜੀ ਬਹੁਤੀ ਦਮਕ ਹੋ ਰਹੀ ਹੈ, ਬਹੁਤੀ ਚਮਕ ਹੋ ਰਹੀ ਹੈ। ਤਾਂ ਕਹਿਣ ਲੱਗੇ ਵੀ ਵਾਹਿਗੁਰੂ ਮੁਖ ਤੇ ਉਚਾਰਦਿਆਂ ਹੋਇਆਂ ਇੱਧਰ ਨੂੰ ਚੱਲ ਗਏ, ਜਿੱਧਰੋਂ ਇਹ ਉਹ ਕੀਮਤੀ ਚੀਜ਼ ਜਿਹੜੀ ਉਹ ਚਮਕ ਰਹੀ ਹੈ, ਵਾਹਿਗੁਰੂ ਵਾਹਿਗੁਰੂ ਬੋਲਦਿਆਂ ਇੱਧਰ ਨੂੰ ਚੱਲ ਗਏ। ਚਲੋ ਭਾਈ ਨੇੜੇ ਹੋ ਕਰਕੇ ਵੇਖੀਏ ਪ੍ਰਭੂ ਜੀ ਨੂੰ ਤੇ ਮਿਲ ਗਏ। ਉਸ ਵੇਲੇ ਤਿੰਨੇ ਸਿੰਘ ਇੱਧਰ ਨੂੰ ਗਏ ਤੇ ਜਦੋਂ ਪਹੁੰਚ ਗਏ ਨਾ ਤੇ ਭਾਈ ਮਾਨ ਸਿੰਘ ਜੀ ਸਤਿਗੁਰੂ ਜੀ ਦੇ ਨਜ਼ਦੀਕ ਗਏ ਹਨ। ਤੇ ਜਾ ਕੇ ਕੀ ਵੇਖਦੇ ਆ ਵੀ ਜਿਹੜੇ ਸਾਡੇ ਹਿਰਦੇ ਦੇ ਪਿਆਰੇ ਆ ਨਾ, ਸਾਡੀ ਜਿੰਦ ਦੇ ਪਿਆਰੇ ਆ, ਸਾਡੀ ਜਿੰਦ ਦੇ ਪਿਆਰੇ ਪਏ ਹੋਏ ਆ ਉੱਥੇ, ਜਾਨ ਦੇ ਪਿਆਰੇ। ਵੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਨੂੰ ਕਹਿੰਦੇ ਸੀ ਇਹ ਸਾਡੀ ਜਿੰਦ ਨਾਲੋਂ ਵੀ ਪਿਆਰੇ ਆ, ਤੇ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਆ ਵੀ ਇਹ ਸਾਡੀ ਜਾਨ ਦੇ ਪਿਆਰੇ ਆ। ਸਤਿ ਸ੍ਰੀ ਅਕਾਲ। ਮਹਾਰਾਜ ਨੇ ਆਖਿਆ ਨਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਆਮ ਸੰਸਾਰ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ, ਪਰ ਲੋਕ ਤਾਂ ਕਹਿਣ ਮਾਤਰ ਹੀ ਕਹਿੰਦੇ ਆ ਨਾ, ਕਹਿੰਦੇ ਵੀ ਇਹ ਤਾਂ ਮੇਰੀ ਜਾਨ ਨਾਲੋਂ, ਮੈਂ ਤੈਨੂੰ ਨਾ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦਾ। ਪਰ ਮੌਕਾ ਹੁਣ ਤੇ ਪਤਾ ਲੱਗਦਾ ਵੀ ਆਪਣੀ ਜਾਨ ਪਿਆਰੀ ਹੈ ਕਿ ਜਾਨ ਨਾਲੋਂ ਵੱਧ ਕੇ ਕੋਈ ਪਿਆਰਾ। ਪਰ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਆਖਿਆ ਵਾ ਸਾਡੀ ਜਾਨ ਨਾਲੋਂ ਵੀ ਤੁਸੀਂ ਪਿਆਰੇ ਜੇ ਸਾਨੂੰ। ਤੇ ਮਹਾਰਾਜ ਨੇ ਬਚਨ ਪੂਰੇ ਕੀਤੇ ਤੇ ਸਿੰਘਾਂ ਨੇ ਵੀ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਵਰਗਿਆਂ ਨੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਜਾਨ ਤੋਂ ਵੀ ਪਿਆਰਾ। ਤਾਂ ਉਸ ਵੇਲੇ ਕਹਿਣ ਲੱਗੇ ਭਾਈ ਮਾਨ ਸਿੰਘ ਜੀ ਜਾ ਕੇ ਵੇਖਦੇ ਆ, ਕੀ ਵੇਖਦੇ ਆ ਵੀ ਸਾਡੀ ਜਿੰਦ ਤੋਂ, ਸਾਡੇ ਹਿਰਦੇ ਦੇ ਜਿਹੜੇ ਪਿਆਰੇ, ਜਿੰਦ ਦੇ ਪਿਆਰੇ ਉਹ ਪਏ ਹੋਏ ਹਨ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਤੇ ਪਏ ਹਨ। ਕਵੀ ਜੀ ਕਹਿੰਦੇ ਆਪਣੇ ਭਾਵਨਾ ਦੇ ਵਿੱਚ ਵੀ ਇੱਕ ਤਾਂ ਮਹਾਰਾਜ ਸਾਹਿਬ ਜੀ ਬਹੁਤੇ ਥੱਕੇ ਹੋਏ ਸਨ, ਕਿਉਂਕਿ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਕਿੰਨਾ ਜੰਗ ਯੁੱਧ ਕਰਦੇ ਆਏ ਆ, ਫਿਰ ਗੜੀ ਛੱਡ ਕੇ ਕਿੰਨਾ ਪੈਦਲ ਤੁਰੇ ਆ। ਇੱਕ ਉਨੀਂਦਰਾ ਸੀ, ਇੱਕ ਸਰੀਰਕ ਥਕੇਵਾਂ ਸੀ। ਤਨ ਸੁਧ ਬਿਨ ਧਾਰ ਪਸ ਪਤਾਏ।
ਇਹ ਸੰਸਾਰੀ ਬੋਲੀ ਦੇ ਵਿੱਚ ਇਹ ਕੁਝ ਕਹਿਣਾ ਪੈਂਦਾ ਹੈ। ਇਹ ਭਾਵਨਾ ਹੈ, ਇਹ ਬਾਹਰੀ ਵਿਆਖਿਆ ਹੈ, ਇਹ ਇਤਿਹਾਸ ਹੈ। ਜਿਹੜੀ ਗੱਲ ਦੂਸਰੀ ਹੈ ਨਾ ਰੂਹਾਨੀਅਤ ਦੀ, ਗੁਰਬਾਣੀ ਦੀ, ਉੱਥੇ ਤੇ ਆਵੇਗਾ ਵੀ ਸਤਿਗੁਰ ਜਾਗਤਾ ਹੈ ਦਿਓ। ਸਤਿਗੁਰੂ ਸੁੱਤੇ ਵੀ ਜਾਗਦੇ ਆ। ਪਰ ਇਹ ਇਤਿਹਾਸ ਹੈ ਸਾਧ ਸੰਗਤ ਜੀ। ਕਵੀ ਜੀ ਕਹਿੰਦੇ ਹਨ ਉਸ ਵੇਲੇ ਵੀ ਮਹਾਰਾਜ ਸਾਹਿਬ ਜੀ ਇੱਕ ਤਾਂ ਥੱਕੇ ਹੋਏ, ਇੱਕ ਨੀਂਦਰਾ ਹੈ, ਤੇ ਸਤਿਗੁਰੂ ਇੰਜ ਸੁੱਤੇ ਪਏ ਆ, ਜਾਣੋ ਕਿ ਜਿਵੇਂ ਸਰੀਰ ਦੀ ਕੋਈ ਸੁੱਧ ਨਹੀਂ ਹੈ। ਭਾਵ ਗਾੜੀ ਨੀਂਦੇ, ਪੂਰੀ ਗੂੜੀ ਨੀਂਦੇ ਸੁੱਤੇ ਹੋਏ ਹਨ। ਭਾਈ ਮਾਨ ਸਿੰਘ ਨੇ ਦੋਨਾਂ ਪਿਆਰੇ ਸਿੰਘਾਂ ਨੂੰ ਆਪਣੇ ਪਾਸ ਬੁਲਾ ਲਿਆ ਹੈ। ਹੁਣ ਤਿੰਨੇ ਹੀ ਆ ਗਏ ਮਹਾਰਾਜ ਦੇ ਚਰਨਾਂ ਵਾਲੇ ਪਾਸੇ। ਤੇ ਤਿੰਨਾਂ ਸਿੰਘਾਂ ਨੇ ਕੀ ਵੇਖਿਆ? ਬਿਨਾਂ ਸੇਜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਮੀਨ ਤੇ ਸੁੱਤੇ ਪਏ ਆ। ਤੇ ਸਿਰਹਾਣਾ ਜਿਹੜਾ ਉਹ ਟਿੰਡ ਦਾ ਲਾਇਆ ਹੋਇਆ ਹੈ, ਟਿੰਡ ਦਾ ਸਿਰਹਾਣਾ, ਖੂਹ ਦੀ ਟਿੰਡ ਦਾ ਸਿਰਹਾਣਾ ਲੱਗਾ ਹੋਇਆ, ਤੇ ਜ਼ਮੀਨ ਤੇ ਬਿਨਾਂ ਆਸਣ ਤੋਂ ਸੁੱਤੇ ਪਏ। ਜਿਨ੍ਹਾਂ ਦੇ ਥੱਲੇ ਮਖਮਲੀ ਆਸਣ ਲੱਗਿਆ ਕਰਦੇ ਸੀ, ਜਿਨ੍ਹਾਂ ਦੇ ਉੱਤੇ ਕੀਮਤੀ ਚੰਦੋਏ ਝੁੱਲਿਆ ਕਰਦੇ ਸਨ, ਉਹ ਸਤਿਗੁਰੂ ਜੀ ਜ਼ਮੀਨ ਤੇ ਪਏ ਹੋਏ ਆ। ਸਾਧ ਸੰਗਤ ਜੀ, ਇਹ ਭਾਵਨਾ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੌਮ ਨੂੰ, ਆਪਣੇ ਖਾਲਸੇ ਨੂੰ ਵਸਦਾ ਰੱਖਣ ਵਾਸਤੇ ਆਪਣਾ ਘਰ ਵੀ ਛੱਡ ਦਿੱਤਾ। ਗਰੀਬ ਨਵਾਜ ਸਾਹਿਬ ਜੀ ਨੇ ਸਾਨੂੰ ਆਪਣੇ ਪੁੱਤਰ ਧੀਆਂ ਬਣਾਉਣ ਵਾਸਤੇ ਆਪਣੇ ਪੁੱਤਰ ਵੀ ਸਾਡੇ ਤੋਂ ਕੁਰਬਾਨ ਕਰ ਦਿੱਤੇ। ਇਹ ਇਤਿਹਾਸ ਜਿੱਥੇ ਅਸੀਂ ਪੜ੍ਹਨਾ ਹੈ, ਜਿੱਥੇ ਵਿਚਾਰਨਾ ਹੈ, ਸੁਣਨਾ ਹੈ, ਉੱਥੇ ਇਹਦੇ ਵਿੱਚੋਂ ਕੋਈ ਗੁਰੂ ਕਾ ਪ੍ਰੇਮ ਵੀ ਸਾਡੇ ਹਿਰਦੇ ਵਿੱਚ ਵਸੇ। ਵੀ ਸਾਨੂੰ ਮਹਾਰਾਜ ਸਾਹਿਬ ਨੇ ਸੋਹਣੇ ਮਹਿਲ, ਇਹ ਸਭ ਕੁਝ ਬਖਸ਼ਿਸ਼ ਕੀਤਾ, ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਰਹਿਣ ਵਾਸਤੇ। ਤੇ ਆਪ ਮਹਾਰਾਜ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਬਿਨਾਂ ਕਿਸੇ ਸੇਜਾ ਤੋਂ ਮਹਾਰਾਜ ਜ਼ਮੀਨ ਤੇ ਲੰਮੇ ਪਏ ਹੋਏ ਆ, ਜ਼ਮੀਨ ਤੇ ਬਰਾਜੇ ਹੋਏ ਆ। ਤਿੰਨਾਂ ਸਿੰਘਾਂ ਨੇ ਵੇਖਿਆ ਹੈ। ਫਿਰ ਤਿੰਨਾਂ ਨੇ ਚਰਨਾਂ ਵਾਲੇ ਪਾਸੇ ਖਲੋ ਕੇ ਨਾ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਸਤਿਗੁਰੂ ਜੀ ਨੂੰ ਜਗਾਉਣ ਵਾਸਤੇ ਉਸ ਸਮੇਂ ਪਹਿਲਾਂ ਆਪਸ ਵਿੱਚ ਸਲਾਹ ਕੀਤੀ ਆ ਵੀ ਮਹਾਰਾਜ ਸਾਹਿਬ ਜੀ ਬਰਾਜੇ ਹੋਏ ਆ, ਹੁਣ ਕਿਵੇਂ ਸਤਿਗੁਰੂ ਜੀ ਨੂੰ ਉਠਾਇਆ ਜਾਵੇ। ਵੀ ਸਤਿਗੁਰੂ ਸਾਹਿਬ ਜੀ ਪੈਦਲ ਚੱਲ ਕੇ ਆਏ ਆ, ਜੰਗ ਵੀ ਬੜਾ ਕੀਤਾ ਹੈ, ਬਹੁਤ ਮੁਕਾਬਲਾ ਕੀਤਾ, ਸਰੀਰ ਥੱਕਿਆ ਹੋਇਆ ਹੈ, ਤੇ ਹੁਣ ਸੁੱਤੇ ਹੋਏ ਆ ਮਹਾਰਾਜ ਸਾਹਿਬ। ਸੂਰਜ ਵੀ ਉੱਤੋਂ ਚੜ੍ਹ ਗਿਆ ਹੈ, ਉਹਦੀ ਲਾਲੀ ਪੈ ਰਹੀ ਹੈ। ਤੇ ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਨੂੰ ਉਠਾਉਣਾ ਚਾਹੀਦਾ, ਕਿਉਂਕਿ ਪਿੱਛੋਂ ਫੌਜ ਵੀ ਇੱਧਰ ਉੱਧਰ ਲੱਭਦੀ ਫਿਰਦੀ ਹੋਵੇਗੀ, ਤੇ ਉਹ ਵੀ ਫੌਜ ਵੀ ਆ ਸਕਦੀ ਇੱਥੇ। ਆਪਸ ਵਿੱਚ ਪਹਿਲਾਂ ਸਲਾਹ ਕੀਤੀ ਹੈ ਸਲਾਉਣ ਮਹਾਰਾਜ ਨੂੰ ਉਠਾਉਣ ਵਾਸਤੇ, ਜਗਾਉਣ ਵਾਸਤੇ, ਵੀ ਕਿਵੇਂ ਕੀਤਾ ਜਾਵੇ। ਉਸ ਵੇਲੇ ਪਿਆਰੇ ਧਰਮ ਸਿੰਘ ਜੀ ਨੇ ਆਪਣਾ ਹੱਥ ਅੱਗੇ ਕੀਤਾ ਹੈ, ਤੇ ਮਹਾਰਾਜ ਦੇ ਚਰਨਾਂ ਦੇ ਪਾਸ ਬੈਠ ਗਏ ਆ ਬੜੇ ਪ੍ਰੇਮ ਦੇ ਨਾਲ। ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਫੜ ਲਿਆ ਆਪਣੇ ਹੱਥਾਂ ਦੇ ਨਾਲ। ਮਹਾਰਾਜ ਦੇ ਚਰਨਾਂ ਨੂੰ ਫੜ ਕਰਕੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨੂੰ ਨਾ ਹੌਲੀ ਹੌਲੀ, ਬੜੀ ਕੋਮਲਤਾ ਦੇ ਨਾਲ, ਬੜੇ ਪਿਆਰ ਦੇ ਨਾਲ ਸਹਿਜੇ ਸਹਿਜੇ ਨਾ ਮਲਣ ਲੱਗ ਪਏ ਪਿਆਰੇ ਧਰਮ ਸਿੰਘ ਜੀ। ਕਿਉਂਕਿ ਮਹਾਰਾਜ ਨੇ ਇੱਥੇ ਜੋੜਾ ਲਾਇਆ ਸੀ ਸਾਧ ਸੰਗਤ ਜੀ ਆਪਣਾ। ਉਂਝ ਵੀ ਆਪਾਂ ਜਦੋਂ ਲੰਮੇ ਪੈਂਦੇ ਆ ਤੇ ਜੋੜਾ ਲਾ ਕੇ ਪਿਆ ਜਾਂਦਾ ਹੈ। ਇੱਥੇ ਮਹਾਰਾਜ ਨੇ ਆਪਣਾ ਜੋੜਾ ਝਾੜਿਆ ਵੀ ਸੀ, ਕਿਉਂਕਿ ਜੋੜੇ ਵਿੱਚ ਮਿੱਟੀ, ਘੱਟਾ, ਰੇਤਾ ਪੈ ਗਈ ਸੀ। ਆਪਾਂ ਪਿਛਲੇ ਇਤਿਹਾਸ ਦੇ ਪ੍ਰਕਰਨ ਵਿੱਚ ਪੜ੍ਹ ਕੇ ਆਏ ਹਾਂ, ਜਿੱਥੇ ਮਹਾਰਾਜ ਨੇ ਝਾੜ ਦੇ ਹੇਠਾਂ ਬੈਠ ਕੇ ਜੋੜਾ ਝਾੜਿਆ, ਇਸ ਕਰਕੇ ਉਸ ਅਸਥਾਨ ਨੂੰ ਝਾੜ ਸਾਹਿਬ ਕਿਹਾ ਜਾਂਦਾ ਹੈ। ਤਾਂ ਹੁਣ ਇਸ ਪਿਆਰੇ ਦਇਆ ਸਿੰਘ ਜੀ ਚਰਨਾਂ ਵਾਲੇ ਪਾਸੇ ਬੈਠ ਕੇ ਮਹਾਰਾਜ ਦੇ ਚਰਨਾਂ ਨੂੰ ਫੜ ਕੇ ਸਹਿਜੇ ਸਹਿਜੇ ਪਲੋਸਦੇ ਹਨ। ਹੌਲੀ ਹੌਲੀ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਬੜੀ ਕੋਮਲਤਾ ਦੇ ਨਾਲ ਪਲੋਸਿਆ ਹੈ। ਤੇ ਸਤਿਗੁਰੂ ਜੀ ਨੇ ਆਪਣੇ ਹੱਥ ਦੇ ਵਿੱਚ ਨਾ ਉਸੇ ਤਰ੍ਹਾਂ ਹੀ
ਉਹ ਕਮਾਨ ਫੜਿਆ ਹੋਇਆ ਹੈ, ਕਮਾਨ ਤੀਰਾਂ ਦਾ ਭੱਥਾ ਵੀ ਮਹਾਰਾਜ ਦੇ ਮੋਢੇ ਨਾਲ ਉਂਝ ਹੀ ਲੱਗਾ ਹੋਇਆ ਹੈ, ਤੇ ਹੱਥ ਦੇ ਵਿੱਚ ਕਵੀ ਜੀ ਨੇ ਧਨੁੱਖ ਵੀ ਕਮਾਨ ਜਿਹੜਾ ਉਹ ਫੜਿਆ ਹੋਇਆ ਹੈ। ਕਮਰ ਕਸਾ ਸਭ ਤੇ ਮਹਾਰਾਜ ਸਾਹਿਬ ਜੀ ਦੇ ਉਸੇ ਤਰ੍ਹਾਂ ਹੀ ਪਵਿੱਤਰ ਸਰੀਰ ਦੇ ਅੰਗਾਂ ਦੇ ਨਾਲ, ਲੱਕ ਦੇ ਨਾਲ ਕਮਰ ਕੱਸਾ ਲੱਗਾ ਹੋਇਆ ਹੈ, ਕਮਰ ਦੇ ਨਾਲ ਕਮਰ ਕੱਸਾ ਲੱਗਾ ਹੋਇਆ ਹੈ। ਜਦੋਂ ਕੁਝ ਕੁ ਕਿੰਨੀ ਕੁ ਵਾਰੀ ਜਦੋਂ ਮਹਾਰਾਜ ਦੇ ਚਰਨਾਂ ਨੂੰ ਮਸਲਿਆ ਹੈ, ਚਰਨਾਂ ਨੂੰ ਪਲੋਸਿਆ ਹੈ, ਫਿਰ ਮਹਾਰਾਜ ਸਾਹਿਬ ਜੀ ਦੇ ਸਰੀਰ ਵਿੱਚ ਸੁੱਧ ਹੋਈ ਹੈ ਤੇ ਨੀਂਦ ਦੂਰ ਹੋ ਗਈ ਹੈ। ਫਿਰ ਮਹਾਰਾਜ ਸਾਹਿਬ ਜੀ ਦੇ ਕਮਲਾਂ ਦੇ, ਕਮਲ ਫੁੱਲ ਦੇ ਸਰੀਖੇ, ਜਿਹੜੇ ਕਮਲਾਂ ਵਰਗੇ, ਕਮਲ ਦੀਆਂ ਪੰਖੜੀਆਂ ਵਰਗੇ ਨੇਤਰ ਹਨ, ਉਹ ਤੂਰਨ ਛੇਤੀ ਨਾਲ ਖਿੜ ਗਏ। ਜਿਵੇਂ ਕਮਲ ਫੁੱਲ ਖਿੜਦਾ ਹੈ ਨਾ, ਇਸ ਤਰ੍ਹਾਂ ਮਹਾਰਾਜ ਦੇ ਨੇਤਰ ਜਿਹੜੇ ਉਹ ਖਿੜ ਗਏ। ਤੇ ਉੱਠਣ ਤੋਂ ਨਾਲ ਹੀ ਮਹਾਰਾਜ ਨੇ ਹੱਥ ਵਿੱਚ ਉਤਰਾ ਹੀ ਕਮਾਨ ਫੜਿਆ ਹੋਇਆ, ਜਿਵੇਂ ਉੱਠ ਕੇ ਬੈਠੇ ਆ ਤੇ ਨਾਲ ਹੀ ਹੱਥ ਦੇ ਵਿੱਚ ਮਹਾਰਾਜ ਦੇ ਧਨੁੱਖ ਸੰਭਾਲਿਆ ਹੋਇਆ ਹੈ। ਜਦੋਂ ਸਾਹਮਣੇ ਵੇਖਿਆ ਨਾ ਉੱਠ ਕੇ, ਤੇ ਆਪਣੇ ਸੰਗੀ ਵੇਖੇ, ਆਪਣੇ ਸਾਥੀ ਸਿੱਖ ਵੇਖੇ ਵੀ ਆ ਪਹੁੰਚੇ ਆ ਇੱਥੇ। ਫਿਰ ਉਚਾਰਿਆ ਹੈ, ਮਹਾਰਾਜ ਸਾਹਿਬ ਨੇ ਬਚਨ ਕੀਤਾ ਵੀ ਆ ਗਏ ਹੋ ਸਿੰਘੋ, ਇਹ ਬਚਨ ਕੀਤਾ ਗਰੀਬ ਨਵਾਜ ਨੇ। ਤਾਂ ਫਿਰ ਪਿਆਰੇ ਦਇਆ ਸਿੰਘ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ। ਪਹਿਲਾਂ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਨੂੰ ਫਤਿਹ ਬੁਲਾਈ, ਤਿੰਨਾਂ ਹੀ ਸਿੰਘਾਂ ਨੇ। ਜਦੋਂ ਮਹਾਰਾਜ ਉੱਠ ਕੇ ਬੈਠ ਗਏ ਨਾ, ਫਿਰ ਤਿੰਨਾਂ ਸਿੰਘਾਂ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਤਿਗੁਰੂ ਸਾਹਿਬ ਜੀ ਨੂੰ ਫਿਰ ਬੇਨਤੀ ਕੀਤੀ ਹੈ ਪਿਆਰੇ ਦਇਆ ਸਿੰਘ ਜੀ ਨੇ ਹੱਥ ਜੋੜ ਕੇ, ਸ੍ਰੀ ਗੁਰੂ ਮਹਾਰਾਜ ਬਲਖਾਨੀ, ਕਿ ਸ੍ਰੀ ਗੁਰੂ ਮਹਾਰਾਜ ਜੀ, ਹੇ ਬਲ ਦੇ ਖਜ਼ਾਨਾ ਰੂਪ ਸਤਿਗੁਰੂ ਜੀ, ਮਹਾਰਾਜ ਇੱਥੇ ਆ ਕੇ ਕਿਵੇਂ ਤੁਸੀਂ ਚਿੰਤਾ ਤੋਂ ਰਹਿਤ ਪੈ ਗਏ ਹੋ? ਤੁਸੀਂ ਮਹਾਰਾਜ ਕਿਵੇਂ ਬਰਾਜੇ ਹੋਏ ਹੋ ਚਿੰਤਾ ਤੋਂ ਰਹਿਤ ਹੋ ਕੇ? ਵੇਖੋ ਹੁਣ ਰਾਤ ਦਾ ਅੰਤ ਹੋ ਗਿਆ ਹੈ। ਉਂਝ ਵੇਖੋ ਸਾਧ ਸੰਗਤ ਜੀ, ਕਈ ਵਾਰੀ ਨਾ ਸੰਸਾਰੀ ਕਈ ਇਨਸਾਨ ਇਹ ਗੱਲ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਵੀ ਤੇ ਸਾਡੇ ਵਰਗੇ ਹੀ ਸੀ ਨਾ, ਪਰ ਸਾਡੇ ਵਰਗੇ ਕਿੱਥੇ? ਸਾਡੇ ਕੋਈ ਪਰਿਵਾਰ ਦੇ ਗਾਂਹ ਰਿਸ਼ਤੇਦਾਰਾਂ 'ਚ ਕੋਈ ਚੜ੍ਹਾਈ ਕੀਤਾ ਹੋਵੇ ਨਾ, ਤੇ ਸਾਨੂੰ ਸਾਧ ਸੰਗਤ ਜੀ ਨੀਂਦ ਨਹੀਂ ਆਉਂਦੀ, ਤੇ ਬਾਜਾਂ ਵਾਲੇ ਤੇ ਉੱਥੇ ਜ਼ਮੀਨ ਤੇ ਹੀ ਬਰਾਜੇ ਹੋਏ ਆ। ਇਹ 8 ਪੋਹ ਦੀ ਰਾਤ ਲੰਘੀ ਹੈ ਤੇ 9 ਪੋਹ ਦਾ ਸਵੇਰ ਦਾ ਸੂਰਜ ਚੜ੍ਹਨ ਵੇਲੇ ਦੀ ਗੱਲ ਹੈ, ਜਦੋਂ ਸਿੰਘ ਆ ਕੇ ਮਿਲੇ ਆ। ਜਿਹੜਾ ਕੱਲ ਦਾ ਸਵੇਰਾ ਸੀ, ਅੱਜ 10 ਪੋਹ ਦੀਆਂ ਸ਼ਾਮਾਂ ਹੋ ਚੱਲੀਆਂ, ਕੱਲ ਦੇ ਸਵੇਰ ਵੇਲੇ ਦੀ ਗੱਲ ਹੈ, ਕਿਉਂਕਿ 8 ਪੋਹ ਦੀ ਰਾਤ ਨੂੰ ਮਹਾਰਾਜ ਨੇ ਗੜੀ ਛੱਡੀ ਸੀ, ਤੇ 9 ਪੋਹ ਦੇ ਸਵੇਰ ਦੇ ਸੂਰਜ ਚੜ੍ਹਦਿਆਂ ਹੀ ਸਿੰਘ ਮਿਲ ਪਏ ਸੀ ਆ ਕੇ। ਤੇ ਮਹਾਰਾਜ ਸਾਹਿਬ ਜੀ, ਪਿੱਛੇ ਕਵੀ ਜੀ ਨੇ ਜ਼ਿਕਰ ਕੀਤਾ ਨਾ ਵੀ ਗੁਰੂ ਸਾਹਿਬ ਦੇ ਹਿਰਦੇ 'ਚ ਨਾ ਦਵੈਸ਼ ਹੈ, ਨਾ ਰਾਗ ਹੈ, ਨਾ ਹਰਖ ਹੈ, ਨਾ ਸ਼ੋਕ ਹੈ। ਜੋ ਗੁਰਬਾਣੀ 'ਚ ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕਹਿਣਾ, ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੂੰ ਪਿਆਰੇ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਤੁਸੀਂ ਕਿਵੇਂ ਚਿੰਤਾ ਤੋਂ ਰਹਿਤ ਇੱਥੇ ਗਰੀਬ ਨਵਾਜ ਬਰਾਜੇ ਹੋਏ ਹੋ? ਹੁਣ ਤਾਂ ਰਾਤ ਲੰਘ ਗਈ ਹੈ, ਸੂਰਜ ਉਦੇ ਹੋ ਗਿਆ ਹੈ। ਸੂਰਜ ਉਦੈ ਹੋਏ ਲੋ ਸਾਰੀ, ਵੇਖੋ ਮਹਾਰਾਜ ਰਾਤ ਦਾ ਅੰਤ ਹੋ ਗਿਆ, ਸਾਰੇ ਪਾਸੇ ਸੂਰਜ ਦਾ ਪ੍ਰਕਾਸ਼ ਹੋ ਗਿਆ ਹੈ। ਲਸਕਰ ਪਸਰੇ ਕਿਤ ਧਾਰ, ਹੁਣ ਜਿੱਥੇ ਕਿਥੇ ਭਾਰੀ ਫੌਜ ਜਿਹੜੀ ਉਹ ਫੈਲ ਜਾਵੇਗੀ ਆਪ ਜੀ ਨੂੰ ਲੱਭਣ ਵਾਸਤੇ। ਕੌਣ ਭਰੋਸਾ ਕਰ ਪੈ, ਮਹਾਰਾਜ ਕਿਹੜਾ ਭਰੋਸਾ ਕਰਕੇ ਇੱਥੇ ਪਏ ਹੋਏ ਹੋ? ਮੈਂ ਕਦ ਸੈਨਾ ਚਿੰਤਾ ਲਹੀ, ਮਹਾਰਾਜ ਇੱਥੇ ਆਪਾਂ ਕਿਵੇਂ ਸਥਿਰਤਾ ਪ੍ਰਾਪਤ ਕਰਾਂਗੇ? ਨਾ ਆਪਣੇ ਕੋਲੇ ਕੋਈ ਇੱਥੇ ਕਿਲਾ ਹੈ, ਨਾ ਆਪਣੇ ਕੋਲੇ ਕੋਈ ਸਿੰਘਾਂ ਦੀ ਫੌਜ ਹੈ। ਕਰੋ ਕਾਇ ਜਥਾ ਬਣਿਆ, ਮਹਾਰਾਜ ਹੁਣ ਕੋਈ ਯਤਨ ਕਰੋ ਜੇ ਉਹ ਬਣ ਆਵੇ, ਨਦਰ ਪ੍ਰਗਾਸ ਭੈ ਜਥਾ, ਨਹੀਂ ਤਾਂ ਮਹਾਰਾਜ ਸੂਰਜ ਦਾ ਚੜਾਅ ਹੋ ਗਿਆ ਹੈ,
ਸਾਰੇ ਪਾਸੇ ਹਨੇਰਾ ਦੂਰ ਹੋ ਗਿਆ, ਪ੍ਰਕਾਸ਼ ਹੋ ਗਿਆ। ਇਹ ਦੁਸ਼ਮਣ ਧਾਵਾ ਕਰਕੇ ਆਵੇਗਾ। ਫੇਰ ਨ ਬਨੇ ਹੋਏ ਲਾਚਾਰੀ। ਮਹਾਰਾਜ ਫਿਰ ਕੋਈ ਯਤਨ ਨਹੀਂ ਹੋਣਾ, ਜਦੋਂ ਫੌਜ ਆ ਗਈ ਤੁਰਕਾਂ ਦੀ ਫਿਰ ਲਾਚਾਰ ਹੋਣਾ ਪਵੇਗਾ। ਏਕ ਰਹਿ ਪਾਏ ਵੇਖਿਆ ਮਾਰੀ। ਫਿਰ ਇੱਕੋ ਹੀ ਗੱਲ ਰਹਿ ਜਾਵੇਗੀ, ਜਾਂ ਮਾਰੀਏ ਤੇ ਜਾਂ ਮਰੀਏ। ਸੁਣ ਕਰ ਲਖੀ ਭਈ ਮਨ ਸਾਰੀ। ਪਿਆਰੇ ਦਇਆ ਸਿੰਘ ਦੀ ਬੇਨਤੀ ਸੁਣੀ ਹੈ ਤੇ ਆਪ ਵੀ ਪਿਤਾ ਜੀ ਨੇ ਵੇਖਿਆ ਹੈ, ਦਸ਼ਮੇਸ਼ ਪਿਤਾ ਜੀ ਨੇ, ਵੀ ਪਨਸਾਰ ਹੋ ਗਈ ਹੈ, ਸਵੇਰ ਦਾ ਸਮਾਂ ਹੈ, ਦਿਨ ਚੜ ਗਿਆ ਹੈ। ਨਿਜ ਸਿੰਘਾਂ ਕੀ ਸਾਮਿ ਚਾਰੀ। ਆਪਣੇ ਸਿੰਘਾਂ ਦੇ ਨਾਲ ਫਿਰ ਮਹਾਰਾਜ ਨੇ ਬਚਨ ਕੀਤਾ। ਆਪ ਆਏ ਨਹੀਂ ਬਣਿਆ ਪਿਆ। ਮਹਾਰਾਜ ਕਹਿੰਦੇ ਸਿੰਘੋ ਹੁਣ ਯਤਨ ਤਾਂ ਕੋਈ ਨਹੀਂ ਬਣਨਾ ਹੋਰ। ਚਰਨ ਖਾਲਸ ਚੱਲਿਓ ਨਾ ਜਾਵੇ। ਮਹਾਰਾਜ ਕਹਿੰਦੇ ਸਾਡੇ ਤੇ ਚਰਨਾਂ 'ਚ ਸਿੰਘੋ ਛਾਲੇ ਹੋ ਗਏ, ਸਾਡੇ ਤੋਂ ਤਾਂ ਤੁਰਿਆ ਨਹੀਂ ਜਾਂਦਾ ਹੁਣ। ਸਾਡੇ ਤੇ ਮਹਾਰਾਜ ਕਹਿੰਦੇ ਪੈਰਾਂ 'ਚ ਭਾਈ ਛਾਲੇ ਹੋ ਗਏ ਆ, ਹੁਣ ਤੁਰਿਆ ਨਹੀਂ ਜਾਂਦਾ ਸਾਡੇ ਤੋਂ। ਇਹ ਮਹਾਰਾਜ ਸਾਹਿਬ ਜੰਗਲ 'ਚ ਹੀ ਨਾ ਉਦੋਂ, ਗਰੀਬ ਨਵਾਜ ਸਾਹਿਬ ਝਾੜ ਜੇ ਦੇ ਥੱਲੇ, ਤੇ ਸਾਹਮਣੇ ਵੀ ਸੀ ਜਿਹੜਾ ਗੁਲਾਬੇ ਮਸੰਦ ਦਾ ਬਾਗ। ਮਹਾਰਾਜ ਦਾ ਸਿੱਖ ਸੀ ਭਾਈ ਗੁਲਾਬਾ, ਤੇ ਸਤਿਗੁਰੂ ਕਹਿਣ ਲੱਗਿਆ ਜਿਹੜਾ ਸਾਹਮਣੇ ਬਾਗ ਦਿਸਦਾ ਹੈ, ਇਸ ਮੈਂ ਚਲੋ ਰਹੋ ਚਲ। ਮਹਾਰਾਜ ਕਹਿੰਦੇ ਸਿੰਘੋ ਇਸ ਬਾਗ ਵਿੱਚ ਚਲੇ ਗਏ, ਸਾਨੂੰ ਵੀ ਤੁਸੀਂ ਉੱਥੇ ਬਾਗ ਵਿੱਚ ਲੈ ਚੱਲੋ ਤੇ ਆਪਾਂ ਉੱਥੇ ਸਥਿਤ ਹੋ ਜਾਈਏ, ਉੱਥੇ ਟਿਕ ਜਾਈਏ ਬਾਗ ਦੇ ਵਿੱਚ। ਜੇ ਸਤਿਗੁਰੂ ਕਰ ਕੋਪਨ ਪਿਤਾ। ਤੇ ਮਹਾਰਾਜ ਕਹਿੰਦੇ ਵੀ ਜੇ ਇੱਧਰ ਨੂੰ ਆ ਜਾਣਗੇ ਇਹ ਸਮੂਹ ਸ਼ਤਰੂ, ਸਮੂਹ ਦੁਸ਼ਮਣ ਜਿਹੜਾ, ਜੇ ਉਹਨਾਂ ਨਾਲ ਆਪਣਾ ਟਾਕਰਾ ਹੋ ਜਾਵੇਗਾ, ਮੇਲ ਮਿਲਾਪ ਇੱਥੇ ਹੋ ਜਾਵੇਗਾ। ਮਹਾਰਾਜ ਕਹਿੰਦੇ ਉੱਥੇ ਬਾਗ ਵਿੱਚ ਚਲੇ ਜਾਈਏ, ਉੱਥੇ ਰੁੱਖਾਂ ਦਾ ਆਸਰਾ ਲੈ ਕੇ ਨਾ, ਉਹ ਰੁੱਖਾਂ ਨੂੰ ਹੀ ਆਪਣਾ ਮੋਰਚਾ ਬਣਾ ਲਾਂਗੇ, ਬਾਗ ਦੇ ਰੁੱਖਾਂ ਨੂੰ। ਤੇ ਇਸ ਕਰਕੇ ਉਹਦੇ ਬਾਗ ਦੇ ਵਿੱਚ ਹੀ ਜੇ ਦੁਸ਼ਮਣਾਂ ਦੇ ਨਾਲ ਆਪਣਾ ਮੇਲ ਮਿਲਾਪ ਹੋ ਗਿਆ ਨਾ, ਤੇ ਫਿਰ ਸਤਿਗੁਰੂ ਕਹਿੰਦੇ ਵੀ ਉੱਥੇ ਉਹਨਾਂ ਨਾਲ ਲੜਾਈ ਕਰਾਂਗੇ। ਉੱਥੇ ਫਿਰ ਭਿੜਾ ਹੈ ਭੇੜ, ਝੇਡ ਹੈ ਝੇਲ ਹੈ ਵੱਡ ਹੇਲਾ। ਤੁਰਕਾਂ ਦਾ ਕੀਤਾ ਹੋਇਆ ਵੱਡਾ ਹੱਲਾ ਜਿਹੜਾ ਨਾ, ਜਿਹੜਾ ਉਹਨਾਂ ਨੇ ਲੱਖਾਂ ਫੌਜ ਨਾਲ ਕਰਨਾ, ਤੇ ਆਪਾਂ ਉੱਥੇ ਝੱਲਾਂਗੇ ਵੀ ਤੇ ਉਹਨਾਂ ਨਾਲ ਭਿੜਾਂਗੇ ਵੀ। ਦੇਖੋ ਕੈਸੀ ਵੀਰ ਰਸ ਹੈ, ਕੈਸਾ ਹੌਸਲਾ ਹੈ, ਵੀ ਚਰਨਾਂ ਤੋਂ ਤੁਰਿਆ ਨਹੀਂ ਜਾਂਦਾ, ਛਾਲੇ ਪੈ ਗਏ ਚਰਨਾਂ ਦੇ ਵਿੱਚ। ਪਰ ਮਹਾਰਾਜ ਕਹਿੰਦੇ ਵੀ ਉੱਥੋਂ ਬਾਗ ਵਿੱਚ ਲੈ ਜਾਓ, ਉੱਥੇ ਜਦੋਂ ਤੁਰਕ ਚੜ੍ਹ ਕੇ ਆਉਣਗੇ ਫਿਰ ਉੱਥੋਂ ਤੀਰ ਛੱਡਾਂਗੇ ਤੁਰਕਾਂ ਦੇ, ਫਿਰ ਕਰਾਂਗੇ ਮੁਕਾਬਲਾ ਉੱਥੋਂ। ਸਤਿਗੁਰੂ ਕਹਿੰਦੇ ਆ ਬਾਗ ਦਾ ਭਾਈ ਆਸਰਾ ਲੈ ਲਓ ਲੜਨ ਵਾਸਤੇ। ਇਸ ਬਾਗ ਦੇ ਵਿੱਚੋਂ ਹੀ ਫਿਰ ਆਪਾਂ ਮੁਕਾਬਲਾ ਕਰਾਂਗੇ। ਜੋ ਹਜ਼ਾਰਾਂ ਦੁਸ਼ਮਣ ਚੜ੍ਹ ਕੇ ਆਉਣਗੇ ਉਹਨਾਂ ਦੇ ਪ੍ਰਾਣ ਨਾਸ ਕਰ ਦੇਵਾਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੇਠਾਂ ਸਾਧ ਸੰਗਤ ਜੀ, ਕਹਿੰਦੇ ਸੂਰਮਤਾ ਤੇ ਅਹਿਲ ਦ੍ਰਿੜਤਾ ਦਾ ਕਮਾਲ ਹੈ। ਕਹਿੰਦੇ ਵੇਖੋ ਕੈਸੀ ਦ੍ਰਿੜਤਾ ਗੁਰੂ ਗੋਬਿੰਦ ਸਿੰਘ ਜੀ ਦੀ, ਤੇ ਕੈਸੀ ਸੂਰਮਤਾ ਹੈ ਕਿ ਇਹ ਪੈਦਲ ਚੱਲ ਕੇ ਚਰਨਾਂ 'ਚ ਛਾਲੇ ਪੈ ਗਏ, ਤੁਰਿਆ ਨਹੀਂ ਜਾਂਦਾ। ਪਰ ਫਿਰ ਵੀ ਕਹਿੰਦੇ ਹਨ ਕਿ ਉੱਥੇ ਭਾਈ ਆਪਾਂ ਬਾਗ ਦੇ ਵਿੱਚੋਂ ਮੁਕਾਬਲਾ ਕਰਾਂਗੇ ਜੇ ਇੱਥੇ ਚੱਲ ਕੇ ਆ ਗਏ। ਭਾਈ ਉਹ ਪ੍ਰਕਾਸ਼ ਪਿੱਛੇ ਪੱਗ ਛਾਲੇ। ਇਹ ਗੱਲਬਾਤ ਕਰਦਿਆਂ ਸੂਰਜ ਦਾ ਹੋਰ ਚੜ੍ਹਾਅ ਹੋ ਗਿਆ। ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਪੈਂਦੀਆਂ ਵਾ ਮਹਾਰਾਜ ਦੇ ਚਰਨਾਂ ਤੇ ਤਿੰਨੇ ਸਿੰਘਾਂ ਨੇ ਫਿਰ ਮਹਾਰਾਜ ਦੇ ਚਰਨਾਂ ਤੇ ਪਏ ਹੋਏ ਛਾਲੇ ਵੇਖਿਓ ਕਿਸ ਤਰ੍ਹਾਂ ਦੇ ਹਨ। ਮਹਾਰਾਜ ਦੇ ਚਰਨ ਤੇ ਇਸ ਤਰ੍ਹਾਂ ਦੇ ਆ ਜਿਵੇਂ ਲਾਲ ਪੰਖੜੀਆਂ ਵਾਲਾ ਕਮਲ ਫੁੱਲ ਹੁੰਦਾ। ਗੁਲਾਬੀ ਜੇ ਰੰਗ ਦੇ ਹੁੰਦੇ ਨਾ ਪੱਤੇ ਕਮਲ ਫੁੱਲ ਦੇ, ਆਮ ਚਿੱਟੇ ਹੁੰਦੇ ਆ, ਪਰ ਚਿੱਟਿਆਂ ਦੇ ਵਿੱਚ ਥੋੜੇ ਥੋੜੇ ਗੁਲਾਬੀ ਵੀ ਹੁੰਦੇ ਆ। ਉਹ ਲਾਲ ਜੇ ਰੰਗ ਦੇ ਕਮਲ ਫੁੱਲ। ਤਾਂ ਇਸ ਤਰ੍ਹਾਂ ਦੇ ਜਾਣੋ ਮਹਾਰਾਜ ਦੇ ਚਰਨ ਵਾ, ਤੇ ਉਹਨਾਂ ਦੇ ਉੱਤੇ ਜਿਹੜੇ ਛਾਲੇ ਪਏ ਹੋਏ ਆ ਨਾ, ਜਿਵੇਂ ਕਮਲ ਫੁੱਲ ਦੇ ਉੱਤੇ ਉਹ ਤਰੇਲ ਦੀਆਂ ਬੂੰਦਾਂ ਡਿੱਗੀਆਂ ਹੁੰਦੀਆਂ, ਤੇ ਮਹਾਰਾਜ ਦੇ ਉਹ ਲਾਲ ਰੰਗ ਦੇ ਚਰਨਾਂ ਦੇ ਉੱਤੇ ਕਮਲ ਫੁੱਲ ਵਰਗੇ, ਉਹਦੇ ਪੱਤਿਆਂ ਵਰਗੇ ਸੋਹਣੇ ਚਰਨਾਂ ਦੇ ਉੱਤੇ, ਤੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਉਹ ਛਾਲੇ ਹੋਏ ਆ, ਉਹ ਜਾਣੋ ਕਿ ਉਹ ਜਿਵੇਂ ਕਮਲ ਫੁੱਲ ਦੇ ਉੱਤੇ ਉਹ ਤਰੇਲ ਪਈ ਹੁੰਦੀ, ਉਹਦੀਆਂ ਬੂੰਦਾਂ ਹੁੰਦੀਆਂ। ਤੇ ਇਹ ਜਿਹੜੇ ਛਾਲੇ ਆ ਇਹ ਜਾਣੋ ਕਹਿੰਦੇ ਵੀ ਮੁਕਤਾ ਢਾਲੇ ਮੋਤੀਆਂ ਵਰਗੇ ਬਣੇ ਪਏ ਹਨ। ਦੋਵਾਂ ਹੀ ਚਰਨਾਂ ਦੇ ਉੱਤੇ ਇਸ ਤਰ੍ਹਾਂ ਛਾਲੇ ਪਏ ਹੋਏ ਹਨ। ਇੰਜ ਲੜੀਆਂ ਦੇ ਅਨੁਸਾਰ ਐ ਪਏ, ਖਾਲੀ ਨਹੀਂ ਕਿਤੋਂ। ਜਿਵੇਂ ਨਾ ਕਿਸੇ ਨੇ ਕਹਿੰਦੇ ਵੀ ਲੜੀ ਪਰੋ ਕੇ ਮੋਤੀਆਂ ਦੀ ਰੱਖੀ ਹੋਵੇ, ਜਿਵੇਂ ਮੋਤੀਆਂ ਦੀ ਲੜੀ ਪਰੋਈ ਹੋਵੇ, ਜਿਵੇਂ ਆ ਮਾਲਾ ਨਹੀਂ ਪਰੋਈ ਜਾਂਦੀ,
ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਉੱਤੇ ਭਾਵ ਬਹੁਤੇ ਛਾਲੇ ਹਨ ਜਾਦੇ। ਸੁਣ ਕਰ ਗਿਰਾ ਸਮੇਤ ਲਜਾਈ। ਤਾਂ ਇਸ ਤਰ੍ਹਾਂ ਜਿਹੜੀ ਇਹ ਲਚਾਰੀ ਵਾਲੀ ਜਿਹੜੀ ਗਿਰਾ ਹੈ, ਬੋਲ ਹੈ, ਇਹ ਸੁਣ ਕਰਕੇ ਗੁਰ ਰਜਾਇ ਤਨ ਸੁਸ਼ਨ ਧਾਰੀ। ਤੇ ਗੁਰੂ ਸਾਹਿਬ ਜੀ ਦੀ ਰਜਾ ਜਾਣ ਕੇ ਚੁੱਪ ਧਾਰਨ ਕੀਤੀ ਹੈ ਸਿੰਘਾਂ ਨੇ। ਉਠੇ ਕਾਜ ਜਬ ਧਰਮ ਵਿਰਦਾਰ। ਜਦੋਂ ਮਾਲਕ ਗੁਰੂ ਗੋਬਿੰਦ ਸਿੰਘ ਜੀ ਉੱਠੇ ਆ ਵੀ ਸਾਹਮਣੇ ਬਾਗ ਵਿੱਚ ਜਾਇਆ ਜਾਵੇ, ਤੁਰਨ ਵਾਸਤੇ ਉੱਠੇ। ਭਈ ਪੀਰ ਹੋਤ ਨਾ ਪਗ ਡਾਰਨ। ਪਰ ਪੀੜ ਬੜੀ ਹੁੰਦੀ ਹੈ। ਮਹਾਰਾਜ ਸਾਹਿਬ ਦੇ ਚਰਨਾਂ 'ਚ ਛਾਲੇ ਆ, ਇਸ ਕਰਕੇ ਕਹਿੰਦੇ ਤੁਰਨ ਲੱਗਿਆ ਪੀੜ ਬਹੁਤ ਹੁੰਦੀ ਹੈ। ਹੁਣ ਤੁਰਿਆ ਨਹੀਂ ਜਾ ਰਿਹਾ। ਭਾਈ ਪੀਰ ਹੋਤ ਨਾ ਪੱਗ ਡਾਰਨ। ਅੱਗੇ ਕਹਿੰਦੇ ਪੈਰ ਨਹੀਂ ਪੁੱਟਿਆ ਜਾਂਦਾ ਕਿਉਂਕਿ ਛਾਲਿਆਂ ਨਾਲ ਭਰੇ ਹੋਏ ਹਨ। ਮਾਨ ਸਿੰਘ ਤਬ ਕੰਧ ਉਠਾਏ। ਉਸ ਵੇਲੇ ਭਾਈ ਮਾਨ ਸਿੰਘ ਜੀ ਮੌਜ ਦੇ ਮਾਲਕ ਆ ਗੁਰੂ ਗੋਬਿੰਦ ਸਿੰਘ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਮੌਜ ਦੇ ਮਾਲਕ ਵਾ, ਗੁਰੂ ਸਾਹਿਬ ਦੇ ਕੌਤਕ ਵਾ। ਤਾਂ ਉਸ ਵੇਲੇ ਭਾਈ ਮਾਨ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਮੋਢਿਆਂ ਤੇ ਆਸਰਾ, ਮੋਢੇ ਉੱਤੇ ਭਾਰ ਪਾਓ ਤੇ ਮੈਂ ਆਪ ਜੀ ਨੂੰ ਲੈ ਕੇ ਜਾਣਾ ਚੁੱਕ ਕੇ। ਤਾਂ ਕਹਿੰਦੇ ਵੀ ਭਾਈ ਮਾਨ ਸਿੰਘ ਨੇ ਤਬ ਕੰਧ ਉਠਾਏ। ਕਲਗੀਧਰ ਪਾਤਸ਼ਾਹ ਨੂੰ ਮੋਢਿਆਂ ਤੇ ਚੁੱਕਿਆ ਭਾਈ ਮਾਨ ਸਿੰਘ ਜੀ ਨੇ। ਤੇ ਮਹਾਰਾਜ ਸਾਹਿਬ ਭਾਈ ਮਾਨ ਸਿੰਘ ਦੇ ਮੋਢਿਆਂ ਨੂੰ ਹੱਥ ਪਾ ਕੇ ਉੱਪਰ ਨੂੰ ਆਸਰਾ ਕੀਤਾ ਤੇ ਇਸ ਤਰ੍ਹਾਂ ਲੈ ਕੇ ਜਾ ਰਹੇ ਹਨ। ਥੋੜੀ ਦੂਰ ਹੀ ਬਾਗ ਸੀ, ਉੱਥੇ ਬਾਗ ਵਿੱਚ ਪ੍ਰਵੇਸ਼ ਕੀਤਾ ਹੈ। ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਉਤਾਰਿਆ ਹੈ। ਕਹਿੰਦੇ ਨੇੜੇ ਹੀ ਸੀ ਬਾਗ, ਉਸ ਦੇ ਵਿੱਚ ਬਹੁਤ ਜਿਹੜੇ ਦਰਖਤ ਹਨ ਉਹ ਖਲੋਤੇ ਹੋਏ ਹਨ। ਜਿਹੜੇ ਹਰੇ ਹਰੇ ਦਰਖਤ ਸੀ, ਸੰਘਣੇ ਸੀ, ਉਹਨਾਂ ਦੇ ਪੱਤੇ ਵੀ ਬਹੁਤ ਸੰਘਣੇ ਸਨ। ਐਸੇ ਦਰਖਤ ਖਲੋਤੇ ਆ। ਉਸ ਬਾਗ ਦੇ ਵਿੱਚ ਖੂਹ ਚੱਲ ਰਿਹਾ ਸੀ। ਉਸ ਵੇਲੇ ਬਾਗ ਦੇ ਵਿੱਚ ਖੂਹ ਦਾ ਹਲਟ ਜਿਹੜਾ ਸੀ ਉਹ ਚੱਲ ਰਿਹਾ ਸੀ। ਉਸ ਚੱਲਦੇ ਹੋਏ ਖੂਹ ਦੇ ਨੇੜੇ ਭਗਵੰਤ ਗੁਰੂ ਗੋਬਿੰਦ ਸਿੰਘ ਜੀ ਜਾ ਬੈਠੇ। ਜਿਹੜਾ ਉੱਥੇ ਮਜ਼ਦੂਰ ਨੌਕਰ ਉਹ ਹਲਟ ਨੂੰ ਚਲਾ ਰਿਹਾ ਸੀ ਨਾ, ਖੂਹ ਵਾਹ ਰਿਹਾ ਸੀ, ਉਸਨੇ ਵੇਖਿਆ ਹੈ ਸਤਿਗੁਰੂ ਜੀ ਨੂੰ ਤੇ ਨਾਲ ਸਿੰਘਾਂ ਨੂੰ। ਉਹ ਮਨ 'ਚ ਸੋਚਣ ਲੱਗਾ ਵੀ ਇਹ ਤੇ ਮੇਰੇ ਮਾਲਕ ਦਾ ਗੁਰੂ ਜਾਪਦਾ ਹੈ। ਉਹਦਾ ਮਾਲਕ ਹੈ ਗੁਲਾਬਾ ਮਸੰਦ ਤੇ ਉਹਦੇ ਗੁਰੂ ਆ ਗੁਰੂ ਗੋਬਿੰਦ ਸਿੰਘ ਜੀ। ਉਹਨੇ ਮਨ 'ਚ ਸੋਚਿਆ, ਕਹਿੰਦਾ ਵੀ ਇਹ ਤਾਂ ਮੇਰੇ ਮਾਲਕ ਦਾ ਨੌਕਰ ਸੋਚ ਰਿਹਾ ਮਨ 'ਚ ਵੇਖ ਕੇ। ਮਹਾਰਾਜ ਖੂਹ ਦੇ ਉੱਤੇ ਸੀ ਨਾ ਉਹ ਕਹਿੰਦਾ ਵੀ ਇਹ ਤਾਂ ਮੇਰੇ ਖਾਵੰਦ ਦਾ ਗੁਰੂ ਲੱਗਦਾ ਹੈ, ਮੇਰੇ ਮਾਲਕ ਦਾ ਗੁਰੂ ਜਾਪਦਾ ਹੈ। ਕਿਉਂਕਿ ਉਹ ਸਿੱਖ ਜੋ ਭਾਈ ਗੁਲਾਬਾ ਸੀ ਨਾ ਮਸੰਦ ਇਸੇ ਇਲਾਕੇ ਦਾ, ਉਹਦਾ ਇਹ ਕੰਮ ਸੀ, ਉਹਦਾ ਨੌਕਰ ਸੀ ਜਿਹੜਾ ਵੱਡੇ ਬਾਗ ਦੇ ਵਿੱਚ ਹਲਟ ਚਲਾ ਰਿਹਾ ਸੀ। ਤੇ ਭਾਈ ਗੁਲਾਬਾ ਸਤਿਗੁਰੂ ਜੀ ਦੀਆਂ ਗੱਲਾਂ ਬਾਤਾਂ ਆਪਣੇ ਕਾਮੇ ਨੂੰ ਕਈ ਵਾਰੀ ਦੱਸਦਾ ਰਹਿੰਦਾ ਸੀ ਵੀ ਮੇਰੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਦਾ ਪੰਥ ਬਣਾ ਰਹੇ ਆ। ਇੱਕ ਤਾਂ ਕਸ਼ਹਿਰਾ ਪਵਾਉਂਦੇ ਆ ਤੇ ਇੱਕ ਕੇਸ ਰਖਾਉਂਦੇ ਆ। ਕਾਸ਼ ਕੇਸ ਜੁੱਤ। ਕਾਸ਼ ਨਾਮ ਕਸ਼ਹਿਰੇ ਦਾ, ਕੇਸ ਨਾਮ ਕੇਸਾਂ ਦਾ, ਜੁੱਤ ਨਾਮ ਸਹਿਤ ਦਾ ਪੰਥ ਬਣਾਵਤ। ਵੀ ਕਸ਼ਹਿਰਾ ਧਾਰੀ ਤੇ ਕੇਸ ਧਾਰੀ ਪੰਥ ਬਣਾ ਰਹੇ ਆ ਮੇਰੇ ਸਤਿਗੁਰੂ ਜੀ। ਇਹ ਦੋ ਆ ਗਏ, ਜਿੱਥੇ ਦੋ ਚਿੰਨ੍ਹ ਆ ਗਏ ਬਾਕੀ ਦੇ ਨਾਲ ਹੀ ਆ ਗਏ। ਕੰਗਾ ਨਾਲ ਹੀ ਆ ਜਾਣਾ, ਕਿਰਪਾਨ ਨਾਲ ਹੀ ਆ ਜਾਣੀ ਹੈ, ਕੜਾ ਨਾਲ ਹੀ ਆ ਜਾਣਾ। ਭਾਵ ਪੰਜ ਕਘਾਰੀ ਜਿਹੜਾ ਬਾਣਾ ਉਹ ਦਿੰਦੇ ਆ ਮੇਰੇ ਸਤਿਗੁਰੂ। ਇਸ ਤਰ੍ਹਾਂ ਦਾ ਪੰਥ ਉਹ ਬਣਾ ਰਹੇ ਹਨ। ਤਾਂ ਇਹ ਕਹਿੰਦੇ ਵੀ ਫਤਿਹ ਵੀ ਇਸ ਤਰ੍ਹਾਂ ਦੇ ਮੇਰੇ ਸਤਿਗੁਰੂ ਜੀ ਆ, ਇਸ ਤਰ੍ਹਾਂ ਉਹਨਾਂ ਦੇ ਸਿੰਘ ਹਨ, ਇਸ ਤਰ੍ਹਾਂ ਦੇ ਸਿੱਖ ਵਾ। ਇਹ ਸਾਰੇ ਫਤਿਹ ਇਸ ਕਾਮੇ ਨੇ ਆਪਣੇ ਮਾਲਕ ਭਾਈ ਗੁਲਾਬੇ ਮਸੰਦ ਤੋਂ ਸੁਣੇ ਹੋਏ ਸੀ ਪਹਿਲਾਂ ਹੀ। ਤਾਂ ਹੁਣ ਸਤਿਗੁਰੂ ਜੀ ਨੂੰ ਨਾਲ ਸਿੰਘਾਂ ਨੂੰ ਵੇਖ ਕੇ ਤੇ ਉਹ ਚਿੰਨ੍ਹ ਵੇਖ ਕੇ, ਨਿਸ਼ਾਨੀਆਂ ਵੇਖ ਕੇ ਵੀ ਦਮਾਲੇ ਵਾਲੇ ਆਏ, ਕੜੇ ਇਹਨਾਂ ਨੇ ਪਾਏ ਹੋਏ ਆ, ਚੋਲਾ ਪਾਇਆ ਹੋਇਆ, ਕਸ਼ਹਿਰੇ ਪਾਏ ਹੋਏ ਆ, ਤੇ ਇਸ ਤਰੀਕਾ ਉਹ ਸਾਰਾ ਚਿਹਨ ਚੱਕਰ ਵੇਖ ਕੇ ਨਾ
ਤੇ ਆਪਣੇ ਮਨ ਵਿੱਚ ਅੰਦਾਜ਼ਾ ਲਾਉਂਦਾ, ਅਨੁਮਾਨ ਲਾ ਰਿਹਾ ਹੈ ਮਮ ਖਾਵਨ ਜੇ ਪਤੇ ਬਤਾਏ ਕਿ ਮੇਰੇ ਮਾਲਕ ਨੇ ਜਿਹੜੇ ਜਿਹੜੇ ਪਤੇ ਦੱਸੇ ਸੋ ਗੁਰ ਆਪ ਸਿੱਖ ਚਾਹਿਆਏ ਵੀ ਜਾਂ ਤੇ ਉਹ ਗੁਰੂ ਸਾਹਿਬ ਆਏ ਆਪ ਤੇ ਜਾਂ ਉਹਨਾਂ ਦੇ ਸਿੱਖ ਵਾ ਜਿਹੜੇ ਇੱਥੇ ਆਏ ਆ ਬਾਗ ਦੇ ਵਿੱਚ। ਐਮ ਮਨ ਜਾਣ ਅਖੇ ਗੁਰ ਵੈਸੇ ਇਸ ਤਰ੍ਹਾਂ ਮਨ ਵਿੱਚ ਜਾਣ ਕੇ ਵੇਖ ਲਿਆ ਗੁਰੂ ਸਾਹਿਬ ਜੀ ਜਿੱਥੇ ਬੈਠੇ ਹਨ ਬਾਗ ਵਿੱਚ, ਤਜ ਕਰ ਗੁਰੂ ਜਗਤ ਕੋ ਤੈਸੇ ਤੇ ਖੂਹ ਚੱਲਦੇ ਹੋਏ ਨੂੰ ਉਸੇ ਤਰ੍ਹਾਂ ਹੀ ਛੱਡ ਕਰਕੇ ਤਾਏ ਸਤਾਪ ਗੁਲਾਬੀ ਪਾਸ ਬੜੀ ਛੇਤੀ ਨਾਲ ਦੌੜ ਕੇ ਆਪਣੇ ਮਾਲਕ ਗੁਲਾਬੇ ਦੇ ਕੋਲੇ ਚਲੇ ਗਿਆ। ਗੁਲਾਬੇ ਮਸੰਦ ਦੇ ਕੋਲੇ ਇਹ ਨੌਕਰ ਆਪਣੇ ਮਾਲਕ ਕੋਲੇ ਭੱਜ ਕੇ ਚਲੇ ਗਿਆ ਵੀ ਜਾ ਕੇ ਆਪਣੇ ਮਾਲਕ ਨੂੰ ਦੱਸਾਂ। ਮਿਲਿਓ ਜਾਏ ਸਜਣ ਕਰੀ ਪ੍ਰਕਾਸ਼ ਜਾ ਕੇ ਆਪਣੇ ਮਾਲਕ ਗੁਲਾਬੇ ਨੂੰ ਮਿਲਿਆ ਮਾਛੀਵਾੜੇ ਦੇ ਵਿੱਚ, ਪਿੰਡ ਦੇ ਵਿੱਚ, ਘਰੇ ਜਾ ਕੇ ਸਾਰੀ ਫਿਰ ਖਬਰ ਦੱਸ ਦਿੱਤੀ ਤੇ ਜਾ ਕੇ ਦੱਸਿਆ ਆ ਵੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੁੰਦੇ ਨਾ ਵੀ ਸਾਡੇ ਗੁਰੂ ਸਾਹਿਬ ਇਸ ਤਰ੍ਹਾਂ ਦੇ ਆ, ਮੈਨੂੰ ਲੱਗਦਾ ਉਹੀ ਬਾਗ ਵਿੱਚ ਆ ਗਏ ਆ, ਜਾਂ ਉਹ ਆਪ ਵਾ ਤੇ ਜਾਂ ਉਹਨਾਂ ਦੇ ਫਿਰ ਸਿੰਘ ਵਾ, ਤੁਸੀਂ ਆਪ ਚੱਲ ਕੇ ਵੇਖੋ। ਫਿਰ ਗੁਲਾਬਾ ਮਸੰਦ ਜਿਵੇਂ ਆ ਕੇ ਬਾਗ 'ਚ ਵੇਖਦਾ ਹੈ, ਮਹਾਰਾਜ ਨੂੰ ਨਮਸਕਾਰ ਕਰਦਾ ਹੈ, ਫਿਰ ਕਿਵੇਂ ਆਪਣੇ ਘਰੇ ਲੈ ਕੇ ਜਾਂਦਾ ਮਾਛੀਵਾੜੇ ਵਿੱਚ, ਉਹ ਅਗਲੇ ਪ੍ਰਸੰਗਾਂ ਵਿੱਚ ਸਾਰੀ ਗਾਥਾ ਆਵੇਗੀ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ, ਗੁਰੂ ਸਰੂਪ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਦੇਹੋ ਸੱਜਣੇ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ। ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।